ਮੈਂਸੂਰੇਸ਼ਨ ਵਾਲਾ ਕੁਐਸਚਨ ਸਟਾਰਟ ਕਰਦੇ ਆ। ਮੈਂਸੂਰੇਸ਼ਨ ਦੇ ਵਿੱਚ ਅੱਜ ਆਪਾਂ ਪਹਿਲਾਂ 2 ਡਾਇਮੈਂਸ਼ਨਲ ਫਿਗਰਸ ਦੇਖਾਂਗੇ। 2 ਡਾਇਮੈਂਸ਼ਨ ਤੇ 3 ਡਾਇਮੈਂਸ਼ਨ ਦੋ ਤਰ੍ਹਾਂ ਦੀਆਂ ਫਿਗਰਸ ਹੁੰਦੀਆਂ। ਪਹਿਲਾਂ ਤਾਂ ਆਪਾਂ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ, ਠੀਕ ਹੈ। ਹਾਂਜੀ, ਇੱਕ ਵਾਰੀ ਕਾਪੀਆਂ ਪੈਨ ਛੱਡ ਦਿਓ, ਜਦੋਂ ਲਿਖਣ ਦੀ ਵਾਰੀ ਆਊਗੀ ਆਪਾਂ ਉਦੋਂ ਲਿਖਾਂਗੇ। ਪਹਿਲਾਂ ਇੱਕ ਵਾਰੀ ਕੰਸੈਪਟ ਸਮਝ ਲਓ, ਬੇਸਿਕਸ ਕੰਸੈਪਟ ਕੀ ਹੁੰਦੇ ਆ ਮੈਂਸੂਰੇਸ਼ਨ ਦੇ ਵਿੱਚ। ਕੁਐਸਚਨਸ ਜਿਹੜੇ ਫਰੇਮ ਹੁੰਦੇ ਆ ਮੈਂਸੂਰੇਸ਼ਨ ਦੇ, ਉਹ ਕਿਵੇਂ ਫਰੇਮ ਹੁੰਦੇ ਆ? ਜੋ ਪੇਪਰ ਦਾ ਲੈਵਲ ਹੋਊਗਾ, ਮੈਂ ਤੁਹਾਨੂੰ ਉਹ ਚੀਜ਼ ਦੱਸਦਾ। ਕਹੂਗਾ ਆਪਣੇ ਕੋਲ ਇੱਕ ਕੋਈ ਵੀ ਫਿਗਰ ਦਿੱਤੀ ਹੋਈ ਹੈ, ਉਸ ਫਿਗਰ ਨੂੰ ਚੇਂਜ ਕਰਕੇ ਉਹਦੇ ਤੋਂ ਨਵੀਂ ਫਿਗਰ ਬਣਾਈ ਗਈ ਹੈ। ਕੁਐਸਚਨ ਦਾ ਲੈਵਲ ਆ ਹੋਊਗਾ ਆਪਣੇ ਪੇਪਰ ਦੇ ਵਿੱਚ। ਪਹਿਲਾਂ ਆਪਾਂ ਸਾਰੀਆਂ ਫਿਗਰਸ ਬਾਰੇ ਡਿਸਕਸ਼ਨ ਕਰ ਲਈਏ ਵੀ ਕਿਹੜੀਆਂ ਫਿਗਰਸ ਹੁੰਦੀਆਂ ਜਿਹੜੀਆਂ 2 ਡਾਇਮੈਂਸ਼ਨਲ ਹੁੰਦੀਆਂ। ਪਹਿਲਾਂ ਡਾਇਮੈਂਸ਼ਨਸ ਦਾ ਮਤਲਬ ਪਤਾ ਹੋਣਾ ਚਾਹੀਦਾ ਹੈ। ਸੁਪੋਜ਼ ਮੈਂ ਇੱਕ ਪੇਪਰ ਦੀ ਗੱਲ ਕਰਦਾ ਪਿਆ, ਮੈਂ ਪਹਿਲਾਂ ਡਾਇਮੈਂਸ਼ਨਸ ਦੀ ਗੱਲ ਕਰਦਾ ਪਿਆ, ਮੈਂ ਇੱਕ ਪੇਪਰ ਦੀ ਗੱਲ ਕਰਦਾ ਪਿਆ, ਤਾਂ ਇਹਦੀਆਂ 2 ਡਾਇਮੈਂਸ਼ਨਸ ਹੈ। ਇੱਕ ਇਹਦੀ ਲੰਬਾਈ ਹੈ ਤੇ ਦੂਸਰਾ ਇਹਦੀ ਚੌੜਾਈ ਹੈ, ਮਤਲਬ ਲੈਂਥ ਹੈ ਤੇ ਬ੍ਰੈਡਥ ਜਾਂ ਵਿਡਥ ਨੂੰ ਬੋਲ ਦਿੰਦੇ ਆ। 2 ਡਾਇਮੈਂਸ਼ਨਸ ਹੈ। ਕੀ ਇਹਦੀ ਕੋਈ ਹਾਈਟ ਹੈਗੀ ਹੈ? ਹਾਈਟ ਨਹੀਂ ਹੈਗੀ। ਇਹ ਆਪਣੇ ਕੋਲ 2 ਡਾਇਮੈਂਸ਼ਨ ਹੋ ਗਈ। ਤੇ ਇਹਨੂੰ ਅਗਰ ਮੈਂ ਬੋਰਡ ਤੇ ਬਣਾਉਂਗਾ ਤਾਂ ਮੈਂ ਕਿਸ ਤਰ੍ਹਾਂ ਬਣਾਉਂਗਾ? ਇਹਨੂੰ ਬੋਰਡ ਤੇ ਇਸ ਤਰ੍ਹਾਂ ਬਣਾਉਂਗਾ, ਕਿਉਂਕਿ ਆ ਪੇਪਰ ਆਪਣੇ ਕੋਲ ਹੈ ਨਾ। ਇਹਦੀ ਕੋਈ ਵੀ ਹਾਈਟ ਨਹੀਂ ਹੈਗੀ। ਇਹਦੇ ਵਿੱਚ 2 ਹੀ ਡਾਇਮੈਂਸ਼ਨਸ ਹੈ, ਲੈਂਥ ਹੈ ਤੇ ਬ੍ਰੈਡਥ ਹੈ। ਅਗਰ ਦੋਨੋਂ ਮਤਲਬ ਆ ਲੈਂਥ ਹੈ, ਆ ਵੀ ਲੈਂਥ ਹੋਏਗੀ, ਆ ਬ੍ਰੈਡਥ ਹੈ ਤੇ ਆ ਵੀ ਬ੍ਰੈਡਥ ਹੋਏਗੀ। ਇਹੀ ਗੱਲ ਹੈ ਨਾ। ਸੁਪੋਜ਼ ਕਰੋ ਮੈਂ ਇਸ ਫਿਗਰ ਦੇ ਆਸ-ਪਾਸ ਕੋਈ ਵੀ ਇੱਕ ਲਾਈਨ ਖਿੱਚਣੀ ਹੈ। ਮੰਨ ਲਓ ਮੇਰੇ ਕੋਲ ਆ ਫੀਲਡ ਹੈਗਾ, ਮੇਰਾ ਖੇਤ ਹੈ। ਸੁਪੋਜ਼ ਕਰੋ ਖੇਤ ਵੀ ਤਾਂ ਆਹੀ ਹੋਊਗਾ ਨਾ ਆਪਣੇ ਕੋਲ। ਤਾਂ ਖੇਤ ਦੇ ਵਿੱਚ ਉਹਦੀ ਜਿਹੜੀ ਪਹਿਲਾਂ ਤਾਂ ਆਪਾਂ ਨੂੰ ਡਾਇਗਰਾਮ ਪਤਾ ਹੋਣਾ ਚਾਹੀਦਾ ਵੀ ਕਿਹੜੀ ਬਣੂਗੀ। ਉਹ ਕਹਿ ਰਿਹਾ ਵੀ ਮੇਰੇ ਕੋਲ ਰੈਕਟੈਂਗੂਲਰ ਫੀਲਡ ਹੈ, ਤਾਂ ਰੈਕਟੈਂਗੂਲਰ ਫੀਲਡ ਹਮੇਸ਼ਾ 2 ਡਾਇਮੈਂਸ਼ਨ ਦੇ ਵਿੱਚ ਹੀ ਦੱਸਾਂਗੇ ਵੀ ਮੇਰਾ ਖੇਤ ਇੰਨਾ ਲੰਬਾ ਹੈ, ਇੰਨਾ ਚੌੜਾ ਹੈ। ਚਾਹੇ ਉਹ ਫੁੱਟਾਂ ਦੇ ਵਿੱਚ ਦੱਸੋ, ਚਾਹੇ ਉਹ ਇੰਚਿਸ ਦੇ ਵਿੱਚ ਦੱਸੋ, ਤੇ ਚਾਹੇ ਉਹ ਸੈਂਟੀਮੀਟਰ ਦੇ ਵਿੱਚ ਦੱਸੋ ਜਾਂ ਮੀਟਰ ਦੇ ਵਿੱਚ ਦੱਸੋ, ਆਪਣੀ ਮਰਜ਼ੀ ਹੈ। ਪਰ ਡਾਇਮੈਂਸ਼ਨਸ ਤਾਂ ਹਮੇਸ਼ਾ 2 ਹੀ ਰਹਿਣਗੀਆਂ ਨਾ। ਤਾਂ ਜਦੋਂ ਵੀ ਆਪਣੇ ਕੋਲ ਕਿਸੇ ਵੀ ਫਿਗਰ ਦੀ ਗੱਲ ਕਰੂਗਾ ਤਾਂ ਸਭ ਤੋਂ ਪਹਿਲਾਂ ਆਪਣੇ ਮਾਈਂਡ ਦੇ ਵਿੱਚ ਉਹ ਵਾਲੀ ਫਿਗਰ ਚੱਲਣੀ ਚਾਹੀਦੀ ਹੈ। ਤੇ ਮੈਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਆਪਦੀ ਕਾਪੀ ਦੇ ਉੱਪਰ ਉਹਨੂੰ ਡਰਾਅ ਕਿਸ ਤਰ੍ਹਾਂ ਕਰਨਾ ਹੈ। ਜਿਵੇਂ ਮੈਂ ਪੇਪਰ ਦੀ ਗੱਲ ਕਰਾਂ ਨਾ, ਮੈਂ ਪੇਪਰ ਡਰਾਅ ਕਰਤਾ। ਮੈਂ ਫੀਲਡ ਦੀ ਗੱਲ ਕੀਤੀ, ਫੀਲਡ ਡਰਾਅ ਕਰਤਾ। ਇੱਥੇ ਹੀ ਅਗਰ ਮੈਂ ਤੁਹਾਨੂੰ ਕਹਾਂ ਕਿ ਮੇਰੇ ਕੋਲ ਕੋਈ ਵੀ ਇੱਕ ਬਾਕਸ ਹੈ, ਰੈਕਟੈਂਗੂਲਰ ਬਾਕਸ ਹੈ, ਤਾਂ ਉਹਨੂੰ ਜਾਂ ਜਿਓਮੈਟਰੀ ਬਾਕਸ ਹੈ ਸੁਪੋਜ਼ ਕਰੋ, ਤਾਂ ਉਹਨੂੰ ਮੈਂ ਫਿਰ ਉਹਦੇ ਵਿੱਚ ਡਾਇਮੈਂਸ਼ਨਸ ਦੀ ਅਗਰ ਦੇਖਾਂਗਾ ਤਾਂ ਡਾਇਮੈਂਸ਼ਨਸ ਕਿਹੜੀਆਂ ਬਣਨਗੀਆਂ? ਜਿਓਮੈਟਰੀ ਬਾਕਸ ਦੇ ਕੇਸ ਦੇ ਵਿੱਚ ਡਾਇਮੈਂਸ਼ਨਸ ਕਿਹੜੀਆਂ ਬਣਨਗੀਆਂ? ਆਹ ਚੀਜ਼ ਤਾਂ ਉਹਦੀ ਹੈਗੀ ਹੈ। ਇਹ ਤਾਂ ਜਿਓਮੈਟਰੀ ਦਾ ਤਲਾ ਹੋ ਗਿਆ, ਆਪਾਂ ਇਹ ਕਹਿ ਲਈਏ ਸਰਫੇਸ ਹੋ ਗਈ। ਇਹਦਾ ਉੱਪਰਲੀ ਇੱਕ ਲਿਡ ਵੀ ਹੋਏਗੀ, ਕੁਝ ਹਾਈਟ ਵੀ ਹੋਏਗੀ। ਤਾਂ ਜਦੋਂ ਵੀ ਮੇਰੇ ਕੋਲ ਇਸ ਤਰ੍ਹਾਂ ਦੀਆਂ ਫਿਗਰਸ ਦੀ ਗੱਲ ਕਰੂੰਗਾ ਤਾਂ ਪਹਿਲਾਂ ਮੈਨੂੰ ਪਤਾ ਹੋਣਾ ਚਾਹੀਦਾ ਵੀ ਉਹ ਡਰਾਅ ਕਿਵੇਂ ਹੋਣਗੀਆਂ। ਤੁਹਾਨੂੰ ਡਰਾਅ ਕਰਨ ਦਾ ਤਰੀਕਾ ਵਾਲਾ ਹੈ, ਇਸ ਤਰ੍ਹਾਂ ਡਰਾਅ ਹੋਣਗੀਆਂ ਆਪਣੇ ਕੋਲ। ਮੇਰੇ ਕੋਲ ਜਿਓਮੈਟਰੀ ਬਾਕਸ ਬਣ ਗਿਆ। ਹੁਣ ਤੁਸੀਂ ਇਮੇਜਿਨ ਕਰ ਸਕਦੇ ਹੋ ਵੀ ਆਹ ਉਹਦਾ ਉੱਪਰਲਾ ਸਰਫੇਸ ਹੈ, ਪਿੱਛੇ ਵਾਲੇ ਇੱਕ ਹੋਰ ਸਰਫੇਸ ਹੈਗੀ ਹੈ। ਇਹਦੇ 3 ਡਾਇਮੈਂਸ਼ਨ ਨਜ਼ਰ ਆਉਣ ਲੱਗ ਗਈ ਸਾਰਿਆਂ ਨੂੰ, 10 ਡਾਇਮੈਂਸ਼ਨ ਨਜ਼ਰ ਆਉਣ ਲੱਗ ਗਈਆਂ। ਇੱਕ ਉੱਪਰ ਵਾਲੀ ਸਰਫੇਸ ਹੈ, ਇੱਕ ਇਹਦੇ ਨੀਚੇ ਵਾਲੀ ਹੈ, ਤੇ ਇੱਕ ਆਹ ਕੀ ਇਹਦੀ ਹਾਈਟ ਹੋਊਗੀ, ਚੌੜਾਈ ਹੋਊਗੀ, ਜਾਂ ਆਪਾਂ ਇਹ ਕਹਿ ਸਕਦੇ ਇਹਦੀ ਹਾਈਟ ਕਹਿ ਸਕਦੇ ਇਹਨੂੰ ਆਪਾਂ, ਹਨਾ। ਤਾਂ ਇਹਦੇ ਵਿੱਚ 3 ਡਾਇਮੈਂਸ਼ਨਸ ਬਣਦੀਆਂ ਪਈਆਂ। ਕਿਹੜੀਆਂ? ਲੈਂਥ ਹੈ, ਬ੍ਰੈਡਥ ਹੈ, ਤੇ ਆਹ ਵਾਲੀ ਚੀਜ਼ ਜਿਹੜੀ ਆਪਾਂ ਡਰਾਅ ਕੀਤੀ ਹੈ ਇਹ ਕੀ ਹੋਊਗੀ? ਇਹਦੀ ਹਾਈਟ ਹੋਊਗੀ, ਉਚਾਈ ਹੋਊਗੀ। ਕਿਸੇ ਨਾ ਕਿਸੇ ਬਾਕਸ ਦੀ ਉਚਾਈ ਹੋਊਗੀ। ਸੁਪੋਜ਼ ਆਪਾਂ ਬਿਸਕਿਟ ਬਾਕਸ ਦੀ ਗੱਲ ਕਰਦੇ ਪਏ ਹਾਂ, ਤਾਂ ਬਿਸਕਿਟ ਬਾਕਸ ਦੇ ਵਿੱਚ ਵੀ ਸੇਮ ਕੰਡੀਸ਼ਨ ਹੀ ਬਣੂਗੀ ਆਪਣੇ ਕੋਲ। ਉਹ ਬਾਕਸ ਅਗਰ ਆਪਣੇ ਕੋਲ ਉਹ ਵਾਲਾ ਬਾਕਸ ਜਿਨ੍ਹਾਂ ਦੀਆਂ ਡਾਇਮੈਂਸ਼ਨਸ ਅਲੱਗ-ਅਲੱਗ ਹੈ, ਉਹ ਇਸ ਤਰ੍ਹਾਂ ਦਾ ਬਾਕਸ ਹੈਗਾ, ਤੁਹਾਨੂੰ ਆਪਾਂ ਇਸ ਤਰ੍ਹਾਂ ਡਰਾਅ ਕਰਾਂਗੇ। ਅਗਰ ਉਹਦੀਆਂ ਸਾਰੀਆਂ ਡਾਇਮੈਂਸ਼ਨਸ ਬਰਾਬਰ ਹੋਣ, ਮੈਂ ਪਹਿਲਾਂ ਇੱਕ ਪੇਪਰ ਦੀ ਗੱਲ ਕਰਨ ਜਾ ਰਿਹਾ। ਸੁਪੋਜ਼ ਮੇਰੇ ਕੋਲ ਆ ਵਾਲਾ ਪੇਪਰ ਹੈਗਾ ਸੀ। ਅਗਰ ਮੈਂ ਤੁਹਾਨੂੰ ਕਹਾਂ ਵੀ ਇਹਦੀ ਲੈਂਥ ਤੇ ਬ੍ਰੈਡਥ ਬਰਾਬਰ ਹੋ ਜਾਵੇ, ਤਾਂ ਇਹ ਕੀ ਬਣ ਜਾਊਗਾ ਆਪਣੇ ਕੋਲ? ਸਕੁਅਰ ਬਣ ਜਾਊਗਾ। ਇੰਨੀ ਗੱਲ ਤਾਂ ਸਾਰਿਆਂ ਨੂੰ ਕਲੀਅਰ ਹੋ ਗਈ। ਆ ਆਪਣੇ ਕੋਲ ਕੀ ਸੀ? ਰੈਕਟੈਂਗਲ ਸੀ, ਆਇਤਾਕਾਰ ਜਿਹਨੂੰ ਆਪਾਂ ਬੋਲ ਦਿੰਦੇ ਹਾਂ। ਇਹ ਰੈਕਟੈਂਗਲ ਹੈ, ਦੈਨ ਕੀ ਬਣ ਜਾਏਗਾ ਆਪਣੇ ਕੋਲ? ਸਕੁਅਰ ਬਣ ਜਾਊਗਾ। ਤੇ ਸਕੁਅਰ ਨੂੰ ਆਪਾਂ ਡਰਾਅ ਕਿਸ ਤਰ੍ਹਾਂ ਕਰਾਂਗੇ? ਜਿੰਨੀਆਂ ਚਾਰੇ ਸਾਈਡਾਂ ਬਰਾਬਰ ਹੋਣਗੀਆਂ। ਚਾਰੇ ਸਾਈਡਾਂ ਬਰਾਬਰ ਹੈ। ਜੇ ਇੱਕ ਸਾਈਡ ਇਹਦੀ A ਹੈ,
ਆ ਵੀ ए ਹੋਊਗੀ, ਆ ਵੀ ए ਹੋਊਗੀ, ਆ ਵੀ ए ਹੋਊਗੀ, ਸਾਰੀਆਂ ए ਬਣ ਜਾਣਗੀਆਂ। ਅਗਰ ਮੈਂ ਇਸ ਚੀਜ਼ ਨੂੰ ਲੈ ਕੇ ਇੱਕ ਸਕੁਅਰ ਬਾਕਸ ਬਣਾ ਦੇਵਾਂ, ਚੌਕ ਬਾਕਸ ਦੀ ਗੱਲ ਕਰ ਲਓ ਜਾਂ ਕੋਈ ਵੀ ਇਹੋ ਜਿਹੇ ਬਿਸਕਿਟ ਬਾਕਸ, ਕਿਸੇ ਵੀ ਬਾਕਸ ਦੀ ਗੱਲ ਕਰ ਲਓ ਜਿੰਦੀਆਂ ਸਾਰੀਆਂ ਸਾਈਡਾਂ ਬਰਾਬਰ ਹੋਣ, ਪਰ ਉਹ ਬਾਕਸ ਬਣ ਗਿਆ। ਜੇ ਬਾਕਸ ਬਣੂਗਾ ਤਾਂ ਉਹਦੀ ਕੋਈ ਨਾ ਕੋਈ ਲੰਬਾਈ ਹੋਊਗੀ, ਚੌੜਾਈ ਹੋਊਗੀ, ਉਚਾਈ ਹੋਊਗੀ। ਇੱਥੇ ਲੰਬਾਈ, ਚੌੜਾਈ ਤੇ ਉਚਾਈ ਤਿੰਨੋਂ ਬਰਾਬਰ ਹੋ ਜਾਣਗੀਆਂ। ਤਾਂ ਉਹ ਵਾਲਾ ਬਾਕਸ ਹੁਣ ਆਪਣੇ ਕੋਲ ਕਿਵੇਂ ਆਪਾਂ ਨੂੰ ਬਣਾਵਾਂਗੇ, ਕਿਵੇਂ ਮਤਲਬ ਆਪਣੇ ਮਾਈਂਡ ਦੇ ਵਿੱਚ ਆ ਚੀਜ਼ ਹੋਣੀ ਚਾਹੀਦੀ ਹੈ। 3 ਡਾਇਮੈਂਸ਼ਨ ਬਾਕਸ ਕਿਵੇਂ ਬਣੇਗਾ ਆਪਣੇ ਕੋਲ, ਇਸੇ ਤਰ੍ਹਾਂ ਹੀ ਬਣੇਗਾ। ਨਜ਼ਰ ਆਉਣ ਲੱਗ ਪਿਆ ਸਾਰਿਆਂ ਨੂੰ ਆ 3 ਡਾਇਮੈਂਸ਼ਨ ਬਾਕਸ ਨਜ਼ਰ ਆਉਣ ਲੱਗ ਪਿਆ ਹੁਣ। ਜਿੰਦੀ ਅਗਰ ਇੱਕ ਸਾਈਡ ਕਿਹੜੀ ਹੈ, ਇਹ ਹੈ, ਦੂਜੀ ਸਾਈਡ ਵੀ ਕਿਹੜੀ ਹੋਊਗੀ, ਇਹ ਹੋਊਗੀ, ਤੇ ਤੀਜੀ ਸਾਈਡ ਆਹ ਵਾਲੀ ਇਹ ਵੀ ਕੀ ਹੋਊਗੀ, ਸਾਰੀਆਂ ਸਾਈਡਾਂ ਜਿੰਨੀਆਂ ਕੀ ਹੋਣਗੀਆਂ ਬਰਾਬਰ ਹੋਣਗੀਆਂ, ਉਹਨੂੰ ਆਪਾਂ ਸਕੁਅਰ ਬੋਲਦੇ ਹਾਂ। ਦੋ ਤੁਹਾਨੂੰ ਆ ਅਗਰ ਆਪਾਂ ਦੋ ਡਾਇਮੈਂਸ਼ਨਸ ਦੀ ਗੱਲ ਕਰਦੇ ਪਏ ਹਾਂ ਜਿੰਦੇ ਵਿੱਚ ਲੰਬਾਈ ਚੌੜਾਈ ਆ, ਇਹ ਆਪਣੇ ਕੋਲ ਸਾਈਡਾਂ ਹੈਗੀਆਂ, ਇਹ ਤਾਂ ਹੈਗੀਆਂ ਆਪਣੇ ਕੋਲ 2 ਡਾਇਮੈਂਸ਼ਨਲ, ਇਹਨਾਂ ਨੂੰ ਆਪਾਂ 2D ਫਿਗਰਸ ਬੋਲ ਦਿੰਦੇ ਹਾਂ। ਅਗਰ ਆਪਣੇ ਕੋਲ ਡਾਇਮੈਂਸ਼ਨਸ ਇੱਕ ਵੱਧ ਜਾਵੇ, 3 ਡਾਇਮੈਂਸ਼ਨਸ ਹੋ ਜਾਣ, ਤਾਂ ਉਹਨੂੰ ਆਪਾਂ ਕੀ ਬੋਲਾਂਗੇ, 3D ਬੋਲ। ਤਾਂ ਆਪਾਂ ਪਹਿਲਾਂ 2 ਡਾਇਮੈਂਸ਼ਨ, ਮੈਂ ਇੱਕ ਵਾਰੀ 2D ਤੇ 3D ਦੇ ਵਿੱਚ ਫਰਕ ਦੱਸਿਆ ਵੀ ਕੀ ਹੁੰਦਾ ਹੈ, ਠੀਕ ਹੈ। ਇੰਨੀ ਗੱਲ ਸਾਰਿਆਂ ਨੂੰ ਕਲੀਅਰ ਹੋ ਗਈ ਹੋਣੀ ਹੈ। ਆਪਾਂ ਹੁਣ ਫਸਟ ਆਫ ਆਲ 2 ਡਾਇਮੈਂਸ਼ਨਲ ਫਿਗਰਸ ਦੀ ਗੱਲ ਕਰਨ ਜਾ ਰਹੇ ਹਾਂ। ਪਹਿਲਾਂ ਬੇਸਿਕਸ ਹੀ ਦੇਖਾਂਗੇ, ਧਿਆਨ ਨਾਲ ਸਮਝੀ ਜਾਇਓ ਕਨਸੈਪਟ, ਅੱਗੇ ਜਾ ਕੇ ਆਪਣੇ ਕੁਐਸਚਨਸ ਦੇ ਵਿੱਚ ਯੂਜ਼ ਹੋਣ ਜਾ ਰਹੇ ਆ ਇਹ ਵਾਲੇ ਕਨਸੈਪਟ। ਹਾਂਜੀ, ਹੁਣ ਆਪਦੀਆਂ ਕਾਪੀਆਂ ਖੋਲ ਲਓ ਤੇ ਆਪ ਨਾਲ ਨਾਲ ਫਿਗਰਸ ਬਣਾਉਂਦੇ ਜਾਓ ਮੇਰੇ, ਤੇ ਨਾਲ ਨਾਲ ਹੁਣ ਕਨਸੈਪਟ ਵੀ ਸਮਝਦੇ ਜਾਇਓ। ਹਾਂਜੀ, ਸਭ ਤੋਂ ਪਹਿਲਾਂ ਆਪਾਂ 2 ਡਾਇਮੈਂਸ਼ਨਲ ਫਿਗਰਸ ਬਣਾ ਲਈਏ, ਹੁੰਦੀਆਂ ਕਿਹੜੀਆਂ ਕਿਹੜੀਆਂ, ਨਾਮ ਲਿਖ ਲਈਏ ਆਪਾਂ 2 ਡਾਇਮੈਂਸ਼ਨਲ ਫਿਗਰਸ ਜਿਹੜੀਆਂ ਆਪਣੇ ਪੇਪਰ ਦੇ ਵਿੱਚ ਪੁੱਛੀਆਂ ਜਾਂਦੀਆਂ। ਫਸਟ ਆਫ ਆਲ ਰੈਕਟੈਂਗਲ, ਆ ਹੁਣੀ ਗੱਲ ਕਰਕੇ ਆਏ ਆਪਾਂ। ਰੈਕਟੈਂਗਲ ਦੇ ਵਿੱਚ ਲੰਬਾਈ ਤੇ ਚੌੜਾਈ ਹੋਊਗੀ। ਡਾਇਗਰਾਮ ਇਹਦੀ ਕਿਸ ਤਰ੍ਹਾਂ ਬਣੇਗੀ, ਆਹ ਵਾਲੀ ਡਾਇਗਰਾਮ ਬਣੇਗੀ, ਆ ਇਹਦੀ ਲੰਬਾਈ ਹੈ, ਇਹਦੀ ਚੌੜਾਈ ਹੈ। ਨੈਕਸਟ ਦੂਜਾ ਸਕੁਅਰ, ਸਕੁਅਰ ਦਾ ਮਤਲਬ ਕੀ ਹੁੰਦਾ ਹੈ, ਜਿੰਦੀਆਂ ਚਾਰੇ ਸਾਈਡਾਂ ਬਰਾਬਰ ਹੋਣ, ਹਾਂਜੀ ਇਕੁਅਲ ਹੋਣ। ਇਹਦੀ ਇੱਕ ਸਾਈਡ A ਹੈ, ਇਹਦੀ ਵੀ A ਬਣ ਜੂਗੀ, ਸਾਰੀਆਂ ਸਾਈਡਾਂ ਕੀ ਬਣ ਜਾਂਦੀਆਂ, A ਬਣ ਗਈਆਂ। ਨੈਕਸਟ ਤੀਜਾ ਟਰਾਇੰਗਲ, ਟਰਾਈਐਂਗਲ, ਟਰਾਈਐਂਗਲ ਦੇ ਕੇਸ ਦੇ ਵਿੱਚ ਕੀ ਬਣੂਗਾ, 3 ਸਾਈਡਾਂ ਬਣਨਗੀਆਂ, 3 ਸਾਈਡਾਂ ਬਣਨਗੀਆਂ। ਹੁਣ ਹੋ ਸਕਦਾ ਤਿੰਨੋਂ ਸਾਈਡਾਂ ਅਲੱਗ-ਅਲੱਗ ਹੋਣ, ਜੇ ਅਲੱਗ-ਅਲੱਗ ਹੈ ਤਾਂ ਇਹਨੂੰ ਆਪਾਂ ਕੀ ਲਿਖਾਂਗੇ, ABC, ਤਿੰਨੋਂ ਸਾਈਡਾਂ ਅਲੱਗ-ਅਲੱਗ ਹੈ। ਜੇ 2 ਸਾਈਡਾਂ ਬਰਾਬਰ ਹੈ ਕਿਸੇ ਵੀ ਰੈਕਟੈਂਗਲ ਦੀਆਂ, 2 ਸਾਈਡਾਂ ਬਰਾਬਰ ਹੈ, ਮੰਨ ਲਓ ਆਹ ਵਾਲੀ ਤੇ ਆਹ ਵਾਲੀ ਸਾਈਡ ਬਰਾਬਰ ਹੈ, ਤਾਂ ਇਹਨੂੰ ਮੈਂ A ਦਾ ਨਾਮ ਦਿੱਤਾ, ਇਹਨੂੰ ਵੀ A ਦਾ ਨਾਮ ਦਿੱਤਾ। ਤੀਜੀ ਕੋਈ ਵੀ ਸਾਈਡ ਹੋ ਸਕਦੀ ਹੈ ਜਿਹਨੂੰ ਆਪਾਂ ਕੀ ਨਾਮ ਦੇਵਾਂਗੇ, B ਦਾ ਨਾਮ। ਤਾਂ 2 ਸਾਈਡਾਂ ਬਰਾਬਰ ਹੋ ਗਈਆਂ ਰੈਕਟੈਂਗਲ ਦੀਆਂ। ਇਸੇ ਤਰ੍ਹਾਂ ਜੇ ਰੈਕਟੈਂਗਲ ਦੀਆਂ ਤਿੰਨੋਂ ਸਾਈਡਾਂ ਬਰਾਬਰ ਹੋ ਜਾਣ ਤਾਂ ਉਹਨੂੰ ਆਪਾਂ ਨਾਮ ਕੀ ਦੇਵਾਂਗੇ, AAA। ਤਾਂ ਇੱਥੇ ਆਪਣੇ ਕੋਲ 3 ਤਰ੍ਹਾਂ ਦੇ ਟਰਾਇੰਗਲਸ ਆ ਜਾਣਗੇ, ਜਦੋਂ ਤਾਂ ਸਾਈਡਾਂ ਤਿੰਨੋਂ ਕੀ ਹੋਣ, ਅਨਇਕੁਅਲ ਹੋਣ। ਮੈਂ ਇੱਥੇ ਨਾਲ ਸਾਈਨ ਵੀ ਪਾ ਦਿੰਨਾ, ਜਦੋਂ ਸਾਈਡਾਂ ਆਪਣੇ ਕੋਲ ਕੀ ਹੋਣ, ਅਨਇਕੁਅਲ ਹੋਣ। ਅਨਇਕੁਅਲ ਸਾਈਡਸ ਜਿਹੜੀਆਂ ਹੋਣਗੀਆਂ, ਇਸ ਟਰਾਇੰਗਲ ਨੂੰ ਬੋਲਦੇ ਕੀ ਆ, ਇਸ ਟਰਾਇੰਗਲ ਨੂੰ ਕੀ ਬੋਲਿਆ ਜਾਂਦਾ ਹੈ, ਸਕੇਲਨ ਟਰਾਇੰਗਲ, ਸਕੇਲਨ ਟਰਾਇੰਗਲ। ਜਦੋਂ ਤਿੰਨੋਂ ਸਾਈਡਾਂ ਅਨਇਕੁਅਲ ਹੋਣ, ਸਕੇਲਨ ਟਰਾਇੰਗਲ ਹੋਊਗਾ। ਜਦੋਂ 2 ਸਾਈਡਾਂ ਬਰਾਬਰ ਹੋਣ, ਇਸ ਟਰਾਇੰਗਲ ਨੂੰ ਆਪਾਂ ਕੀ ਬੋਲਦੇ ਹਾਂ, ਆਈਸੋਸਲਸ, ਆਈਸੋਸਲਸ ਟਰਾਇੰਗਲ। ਨਾਲ ਨਾਲ ਆਪਾਂ ਇਹ ਚੀਜ਼ਾਂ ਨੋਟ ਡਾਊਨ ਕਰਦੇ ਜਾਣਾ, ਆਈਸੋਸਲਸ ਟਰਾਇੰਗਲ ਹੋ ਜਾਊਗਾ। ਜਦੋਂ ਤਿੰਨੋਂ ਸਾਈਡਾਂ ਬਰਾਬਰ ਹੋ ਜਾਣ ਤਾਂ ਇਸ ਟਰਾਇੰਗਲ ਨੂੰ ਆਪਾਂ ਕੀ ਬੋਲਦੇ ਹਾਂ, ਇਕੁਈਲੇਟਰਲ ਟਰਾਇੰਗਲ, ਇਕੁਈਲੇਟਰਲ ਟਰਾਇੰਗਲ। ਤਿੰਨੋਂ ਸਾਈਡਾਂ ਬਰਾਬਰ ਹੋ ਗਈਆਂ ਆਪਣੇ ਕੋਲ ਟਰਾਇੰਗਲ ਦੀਆਂ, ਤਾਂ ਇਸ ਟਰਾਇੰਗਲ ਨੂੰ ਆਪਾਂ ਕੀ ਬੋਲਦੇ ਹਾਂ, ਇਕੁਈਲੇਟਰਲ ਟਰਾਇੰਗਲ। ਕਲੀਅਰ ਹੋ ਗਈਆਂ ਵਾਲੀਆਂ। ਨੈਕਸਟ ਆ ਗਿਆ ਆਪਣੇ ਕੋਲ ਚੌਥੀ ਫਿਗਰ ਆ ਗਈ ਆਪਣੇ ਕੋਲ 2 ਡਾਇਮੈਂਸ਼ਨ ਦੇ ਵਿੱਚ, ਸਰਕਲ, ਸਰਕਲ। ਹੁਣ ਸਰਕਲ ਦੇ ਕੇਸ ਦੇ ਵਿੱਚ ਆਪਾਂ ਪਹਿਲਾਂ ਤਾਂ ਡਾਇਗਰਾਮ ਬਣਾਵਾਂਗੇ, ਆ ਸਰਕਲ ਹੈ। ਸਰਕਲ ਦੇ ਵਿੱਚ ਕਿਹੜੀ ਡਾਇਮੈਂਸ਼ਨ ਯੂਜ਼ ਕੀਤੀ ਜਾਂਦੀ ਹੈ,
अगर मैं डायमेंशन देखनी होवे सर्कल के केस दे विच किहड़ी डायमेंशन यूज करांगे? एक ही डायमेंशन जिहड़ी अपने कोल हुंदी है दैट इज इहदे सेंटर तो लैके इहदे लास्ट पॉइंट तक तो इहनूं बोलदे आपां रेडियस ऑफ सर्कल आर। जां तां रेडियस दिता होऊगा ते जां डायामीटर दिता होऊगा। डायामीटर की हुंदा है? अगर रेडियस नूं आपां डबल कर दईए है ना तो डायामीटर आ की बन गया इत्थों लैके लास्ट तक की बन गया सारा डायामीटर बन गया। तो डायामीटर किंदे बराबर हुंदा है? 2r दे बराबर हुंदा है। इट मीनस रेडियस किंदे बराबर आ जाऊगा? डायामीटर दा हाफ हो जाऊगा। आ भी गल क्लीयर हो गई सारिਆਂ ਨੂੰ। होर कोई 2 डायमेंशनल फिगर ਜਿਹੜੀ ਤੁਹਾਨੂੰ पता ਹੋਊਗੀ? आ ਤਾਂ नॉर्मल है हर एक ਨੂੰ पता ही ਹੁੰਦਾ है ਪਹਿਲਾਂ ਤੋਂ ही। कोई होर 2 डायमेंशनल फिगर ਜਿਹੜੀ ਤੁਹਾਨੂੰ पता ਹੋਵੇ? 4 ਤਾਂ मैं लिखतियां करदा ही रेज ਇਹ। हाँ जी बोलो भी। बेलनाकार इनू की बोलते हैं आप? बेलनाकार नू की बोलते हैं? सिलेंडर बोलांगे। ते सिलेंडर 2 डायमेंशनस दे विच ही हुंदा अपना। ਉਹ ਤਾਂ ਤਿੰਨਾਂ ਦਾ ਹੁੰਦਾ है ना 3 डायमेंशन वाला ਹੁੰਦਾ है सिलेंडर। हाँ जी कोई होर डायग्राम ਜਿਹੜੀ 2 डायमेंशनल होवे? ਹੁਣ तक ਤਾਂ ਆਪਾਂ ਨੂੰ पता होना चाहिए ਇਹ ਚੀਜ਼ਾਂ ਦਾ। लिखो पैरेललोग्राम। पहला चलो पैरेललोग्राम तो पहला एक और चीज लिखो क्वाड्रिलेटरल। क्वाड्रिलेटरल क्वाड्रिलेटरल ਹੁਣ ਇੱਥੇ ਧਿਆਨ ਨਾਲ ਸਮਝੋ ਵੀ ਕੁਆਡਰੀਲੇਟਰਲ ਦਾ ਮਤਲਬ ਕੀ ਹੁੰਦਾ ਹੈ? ਉਹ ਵਾਲੀ ਫਿਗਰ ਜਿੰਦੀਆਂ 4 ਸਾਈਡਾਂ ਹੋਣ ਉਹਨੂੰ ਕੁਆਡਰੀਲੇਟਰਲ ਬੋਲਿਆ ਜਾਂਦਾ ਹੈ। ਜਿੰਦੀਆਂ 4 ਸਾਈਡਾਂ ਹੋਣ ਉਹਨੂੰ ਕੁਆਡਰੀਲੇਟਰਲ ਬੋਲਾਂਗੇ। ਹੁਣ 4 ਸਾਈਡਾਂ ਵਾਲੀ ਡਾਇਗਰਾਮ ਕਿਹੜੀ ਬਣ ਸਕਦੀ ਹੈ? ਕੋਈ ਮਰਜ਼ੀ ਬਣਾ ਲਓ। ਮੇਰੀ ਮਰਜ਼ੀ ਹੈ। ਮੇਰੀ ਮਰਜ਼ੀ ਹੈ। 4 ਸਾਈਡਾਂ ਹੀ ਬਣਾਉਣੀਆਂ ਜਿਵੇਂ ਮਰਜ਼ੀ ਬਣਾ ਲਈਏ ਆਪਾਂ। ਤੇ ਆ ਸਾਰੀਆਂ ਕੁਆਡਰੀਲੇਟਰਲ ਬਣਾਈਆਂ। ਹਰ ਇੱਕ ਦੇ ਨਾਮ ਹੈ ਇੱਥੇ। हर एक फिगर दे नाम है। ये अपन नाम अगे जाके देखते हैं। पहला क्लीयर होनी चाहिए है। आ तो अपन सारे पता स्क्वायर है, आ रेक्टेंगल है, आ की है? ये पैरेललोग्राम है। पैरेललोग्राम ते आ जिहड़ियां आपां नीचे 2 बनाईयां इन्हां दा नाम की है? ट्रपीजियम। इन्हां दियां प्रॉपर्टीज पढ़नियां पैणगियां मैंसूरेशन दे विच कि ट्रपीजियम दी प्रॉपर्टी की हुंदी है, पैरेललोग्राम की प्रॉपर्टी की हुंदी है। आ भी ट्रपीजियम ही है। दोनों मैं ट्रपीजियम ही बनाए है। पहला तो चीज़ां क्लीयर होनी चाहिए आपां नूं भी डायग्राम की शक्ल किस तरह बनूगी। सब तो पहला तो यही चीज़ पता होनी चाहिए ना डायग्राम बननी किवें है। उस तो बाद आपां अगे चलांगे। पेपर दे विच स्टेटमेंट दे विच सीधा ही लिखा हुंदा है अ पैरेललोग्राम whose sides are a trapezium whose one side is this one, a square whose side is this one। सीधा ही लिखा हुंदा उन्हां ने। वो डायग्राम बना के तो नहीं दसूगा आपां नूं, तां उत्थे डायग्राम दा अपने माइंड दे विच आना चाहिए भी डायग्राम की बनेगी इहदी। ठीक है। उस तो बाद हुण आपां नैक्सट गल करन जा रहे हां ਜਿਹੜੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਇਹ ਸਾਰੀਆਂ 2 ਡਾਇਮੈਂਸ਼ਨਲ ਫਿਗਰਸ ਹੈ ਜਿਹੜੀਆਂ ਮੈਂ ਪਹਿਲਾਂ ਲਿਖੀਆਂ ਤੇ ਹੁਣ ਲਿਖੀਆਂ ਸਾਰੀਆਂ 2 ਡਾਇਮੈਂਸ਼ਨ ਹੀ ਹੈ। ਹਾਂਜੀ ਹੁਣ ਮੇਨ ਗੱਲ ਆਉਂਦੀ ਹੈ ਜਿਹੜੀ ਪੇਪਰ ਦੇ ਵਿੱਚ ਆਪਾਂ ਨੂੰ ਫਾਈਂਡ ਆਊਟ ਆਪਾਂ ਜਿਹੜੀ ਚੀਜ਼ ਕਰਨੀ ਹੁੰਦੀ ਹੈ ਜਾਂ ਜਿਹੜੀ ਚੀਜ਼ ਦਿੱਤੀ ਹੋਊਗੀ ਉਹਦੇ ਤੋਂ ਅਗਲੀਆਂ ਚੀਜ਼ਾਂ ਫਾਈਂਡ ਆਊਟ ਕਰਨੀਆਂ ਹੋਣਗੀਆਂ। ਫਰਸਟ ਵਨ ਇਜ਼ ਦ ਪੈਰੀਮੀਟਰ। ध्यान नाल पहला कंसैप्ट समझ लियो। अज सिर्फ मैं कंसैप्ट ही समझा के जाऊंगा। क्वेश्चन वगैरह हजे आपां इस लैक्चर दे विच कोई क्वेश्चन नहीं देखना। मैं कंसैप्ट पे ही फोकस करूंगा। सब तो पहला 3 टर्म्स यूज होंदियां अपने पेपर दे विच। फर्स्ट वन इज पैरीमीटर, दूजा एरिया एंड थर्ड वन इज हाँ जी वॉल्यूम। और की कह रहे सी तुसी? आ 3 चीज़ां यूज होणियां अपने पेपर दे विच। पहला पैरीमीटर, दूजा एरिया ते तीजा अपने कोल की आ गया वॉल्यूम। वॉल्यूम हमेशा 3 डायमेंशनल फिगर्स दे विच जाके आपां देखांगे।
ਕੰਸੈਪਟ ਇੱਥੇ ਹੀ ਸਮਝਣਾ ਆਪਾਂ ਵੀ ਵੋਲਿਊਮ, ਏਰੀਆ ਜਾਂ ਪੈਰੀਮੀਟਰ ਕੀ ਹੁੰਦਾ ਹੈ। ਸਭ ਤੋਂ ਪਹਿਲਾਂ ਪੈਰੀਮੀਟਰ ਦੀ ਗੱਲ ਕੀਤੀ ਜਾਵੇ। ਜਿਹੜਾ ਪੈਰੀਮੀਟਰ ਤੇ ਏਰੀਆ ਦੀ ਗੱਲ ਦੇਖੋ, ਪੈਰੀਮੀਟਰ ਤੇ ਏਰੀਆ ਜਿਹੜੀਆਂ ਤਾਂ ਆਪਣੀਆਂ 2 ਡਾਇਮੈਂਸ਼ਨ ਫਿਗਰਸ ਹੋਣਗੀਆਂ, ਉਹਨਾਂ ਵਿੱਚ ਪੈਰੀਮੀਟਰ ਤੇ ਏਰੀਆ ਨੂੰ ਘੁਮਾਇਆ ਜਾਊਗਾ। ਕਦੇ ਏਰੀਆ ਦੇ ਦਊਗਾ, ਕਹੂਗਾ ਪੈਰੀਮੀਟਰ ਕੱਢੋ, ਕਦੇ ਕਹੂਗਾ ਪੈਰੀਮੀਟਰ ਇੰਨਾ ਏਰੀਆ ਕੱਢੋ, ਜੇ ਕਦੇ ਕਹੂਗਾ ਪੈਰੀਮੀਟਰ ਇੰਨਾ ਦੀ ਫਲਾਣੀ ਡਾਇਗਰਾਮ ਦੀ ਸਾਈਡ ਕੱਢੋ, ਵੀ ਕੀ ਆਊਗੀ। ਬਸ ਆਹੀ ਕੁਐਸਚਨ ਆਪਣੇ ਪੇਪਰ ਦੇ ਵਿੱਚ ਫਰੇਮ ਹੁੰਦੇ ਆ। ਤੇ ਇੱਕ ਹੋਰ ਐਨਾਲਿਸਿਸ ਕੋਸਟ ਵਾਲਾ, ਕੋਸਟ ਵਾਲੇ ਤੇ ਆਪਾਂ ਬਾਅਦ ਚ ਆਨੇ ਆ, ਪਹਿਲਾਂ ਆਪਾਂ 3 ਚੀਜ਼ਾਂ ਨਾਲ ਗੋ ਥਰੂ ਹੋ ਜਾਈਏ। ਹਾਂਜੀ, ਤਾਂ ਪੈਰੀਮੀਟਰ ਦਾ ਮਤਲਬ ਕੀ ਹੁੰਦਾ, ਧਿਆਨ ਨਾਲ ਸਮਝੋ। ਕੋਈ ਵੀ ਆਪਣੇ ਕੋਲ 2 ਡਾਇਮੈਂਸ਼ਨਲ ਫਿਗਰ ਹੁੰਦੀ ਹੈ, ਕੋਈ ਵੀ 2 ਡਾਇਮੈਂਸ਼ਨਲ ਫਿਗਰ ਹੋਵੇ, ਫੋਰ ਐਗਜ਼ਾਮਪਲ ਸਕੁਅਰ, ਫੋਰ ਐਗਜ਼ਾਮਪਲ ਰੈਕਟੈਂਗਲ, ਹੁਣੇ ਆਪਾਂ ਬਣਾ ਲਿਆ ਨਾ, ਫੋਰ ਐਗਜ਼ਾਮਪਲ ਟਰਾਈਐਂਗਲ ਜਾਂ ਸਰਕਲ, ਆਈ ਡਾਇਮੈਂਸ਼ਨ ਬਣਨਗੀਆਂ। ਤੇ ਜਾਂ ਆਪਾਂ ਅੱਗੇ ਜਿਹੜੀਆਂ ਕੁਆਡਰੀਲੇਟਰਲ ਵਾਲੀਆਂ ਬਣਾਈਆਂ ਸੀ, ਪੈਰਲੋਗ੍ਰਾਮ, ਟ੍ਰਪੀਜ਼ੀਅਮਸ, ਹਨਾ, ਉਹ ਵਾਲੀਆਂ ਚੀਜ਼ਾਂ ਆਪਾਂ ਦੇਖ ਲਈਆਂ। ਪੈਰੀਮੀਟਰ ਦਾ ਮਤਲਬ ਕੀ ਹੁੰਦਾ ਹੈ, ਆ ਜਿਹੜਾ ਆਪਾਂ ਸਕੁਅਰ ਡਰਾ ਕੀਤਾ ਹੈ, ਇਹਦੇ ਆਸ-ਪਾਸ ਵਾਲੀ ਜਿਹੜੀ ਲੰਬਾਈ ਹੈ, ਇਹਦੀ ਆਹ ਵਾਲੀ ਲੰਬਾਈ, ਸਾਈਡਾਂ ਦੀ ਇਹਦੀ ਲੰਬਾਈ ਕਿੰਨੀ ਹੈ, ਟੋਟਲ ਲੰਬਾਈ ਕਿੰਨੀ ਹੈ ਦੀ ਸਾਈਡਾਂ ਦੀ। ਸੁਪੋਜ਼ ਕੋਈ ਵੀ ਇੱਕ ਪਰਸਨ ਹੈ ਜਿਹੜਾ ਆਪਦੇ ਸਕੁਅਰ ਫੀਲਡ ਦੇ ਆਸ-ਪਾਸ ਤਾਰ ਲਗਾਉਣਾ ਚਾਹੁੰਦਾ ਹੈ। ਜਦੋਂ ਉਹਨੇ ਕਹਿਤਾ ਨਾ ਵੀ ਉਹ ਆਪਦੇ ਫੀਲਡ ਦੇ ਆਸ-ਪਾਸ ਤਾਰ ਲਗਾਉਣਾ ਚਾਹੁੰਦਾ ਹੈ, ਮਤਲਬ ਉਹਨੂੰ ਕਵਰ ਕਰਨਾ ਚਾਹੁੰਦਾ ਹੈ, ਇਹਦਾ ਮਤਲਬ ਉਹ ਕਿੰਦੀ ਗੱਲ ਕਰਦਾ ਪਿਆ, ਉਹਦੇ ਪੈਰੀਮੀਟਰ ਕੱਢਣ ਦੀ ਗੱਲ ਕਰਦਾ ਪਿਆ। ਇੱਥੇ ਆਪਾਂ ਪੇਪਰ ਦੇ ਵਿੱਚ ਸਮਝ ਜਾਣਾ ਹੈ, ਚਾਹੇ ਉਹ ਫੀਲਡ ਸਕੁਅਰ ਹੈ, ਚਾਹੇ ਉਹ ਫੀਲਡ ਰੈਕਟੈਂਗੂਲਰ ਹੈ। ਹੁਣ ਇਹਦੇ ਵਿੱਚ ਇੱਕ ਐਗਜ਼ਾਮਪਲ ਇੱਕ ਹੋਰ ਵੀ ਦਿੱਤੀ ਜਾਂਦੀ ਹੈ। ਮੰਨ ਲਓ ਕੋਈ ਵੀ ਇੱਕ ਪਰਸਨ ਜਿਹੜਾ ਪਾਰਕ ਦੇ ਵਿੱਚ ਘੁੰਮਣ ਗਿਆ, ਤੇ ਪਾਰਕ ਹੁੰਦਾ ਜਿਹੜਾ ਹੈਗਾ ਸੀ ਉਹ ਸਕੁਅਰ ਫੀਲਡ ਸੀ, ਤੇ ਉਹਨੇ ਕਹਿਤਾ ਵੀ ਉਹ ਪਾਰਕ ਦੇ ਆਸੇ-ਪਾਸੇ ਉਹਨੇ ਚੱਕਰ ਲਗਾ ਕੇ ਆਇਆ। ਉਹ ਇਹਦਾ ਮਤਲਬ ਇੱਥੇ ਵੀ ਉਹ ਕਿੰਦੀ ਗੱਲ ਕਰਦਾ ਪਿਆ, ਤਾਂ ਉਹ ਪੈਰੀਮੀਟਰ ਦੀ ਗੱਲ ਕਰਦਾ ਪਿਆ। ਗੱਲ ਸਮਝ ਲੱਗੀ। ਤਾਂ ਆਪਾਂ ਨੂੰ ਜਦੋਂ ਵੀ ਇਹਦੇ ਆਸ-ਪਾਸ ਵਾਲੀ ਚੀਜ਼ ਦੀ ਲੰਬਾਈ ਦੀ ਗੱਲ ਕੀਤੀ ਜਾਊਗੀ, ਇਟ ਮੀਨਸ ਉਦੋਂ ਆਪਾਂ ਕਿੰਦੇ ਬਾਰੇ ਕਰਨਾ ਹੈ ਗੱਲ, ਕਿੰਦੇ ਬਾਰੇ ਕਰਨੀ ਹੈ, ਪੈਰੀਮੀਟਰ ਬਾਰੇ ਗੱਲ ਕਰਨੀ ਹੈ। ਚਾਹੇ ਉਹ ਕੋਈ ਵੀ ਫੀਲਡ ਹੋਵੇ, ਰੈਕਟੈਂਗਲ ਦੇ ਕੇਸ ਦੇ ਵਿੱਚ ਇਹਦੀ ਆਹ ਵਾਲੀ ਚੀਜ਼ ਆ ਜਾਊਗੀ, ਕਵਰ ਹੋ ਜਾਊਗੀ, ਬਾਉਂਡਰੀ ਆਪਾਂ ਕਹਿ ਦਿੰਦੇ ਹਾਂ ਇਹਨੂੰ। ਟਰਾਇੰਗਲ ਦੇ ਕੇਸ ਦੇ ਵਿੱਚ ਆਹ ਵਾਲੀ ਚੀਜ਼ ਹੋ ਜਾਊਗੀ, ਸਕੁਅਰ ਦੇ ਕੇਸ ਦੇ ਵਿੱਚ ਸੌਰੀ ਸਰਕਲ ਦੇ ਕੇਸ ਦੇ ਵਿੱਚ ਆਹ ਵਾਲੀ ਚੀਜ਼। ਇੱਥੇ ਧਿਆਨ ਦਿਓ। ਹੁਣ ਬਾਕੀ ਸਾਰੀਆਂ ਫਿਗਰਸ ਜਿਹੜੀਆਂ ਦਿੱਤੀਆਂ ਹੋਣਗੀਆਂ, ਸਕੁਅਰ, ਰੈਕਟੈਂਗਲ, ਟਰਾਇੰਗਲ ਜਾਂ ਅੱਗੇ ਜਾ ਕੇ ਕੁਆਡਰੀਲੇਟਰਲ ਜਿੰਨੀਆਂ ਵੀ ਹੋਣਗੀਆਂ, ਉਹਨਾਂ ਦੇ ਕੇਸ ਦੇ ਵਿੱਚ ਵਰਡ ਯੂਜ਼ ਕੀਤਾ ਜਾਂਦਾ ਪੈਰੀਮੀਟਰ। ਪਰ ਸਰਕਲ ਦੇ ਕੇਸ ਦੇ ਵਿੱਚ ਪੈਰੀਮੀਟਰ ਨੂੰ ਪੈਰੀਮੀਟਰ ਨਹੀਂ ਬੋਲਿਆ ਜਾਂਦਾ, ਇੱਥੇ ਇਹਨੂੰ ਬੋਲਿਆ ਜਾਂਦਾ ਸਰਕਮਫਰੈਂਸ। ਸਰਕਮਫਰੈਂਸ, ਬਸ ਆ ਇੱਕ ਅਲੱਗ ਚੀਜ਼ ਹੈ, ਮਤਲਬ ਸੇਮ ਹੈ, ਬਸ ਨਾਮ ਬਦਲਤਾ ਇਹਦਾ, ਸਰਕਮਫਰੈਂਸ ਕਰਤਾ। ਗੱਲ ਅਖੀਰ ਉਹ ਬਾਉਂਡਰੀ ਦੀ ਹੀ ਕਰਦਾ ਪਿਆ ਕਿ ਕੋਈ ਵੀ ਇੱਕ ਆਪਣੇ ਕੋਲ ਸਰਕੂਲਰ ਫੀਲਡ ਹੈਗੀ ਆ, ਉਹਦੇ ਆਸ-ਪਾਸ ਤੁਸੀਂ ਗੇੜਾ ਕੱਢ ਕੇ ਆਣਾ ਹੈ, ਸਰਕਲ ਦੇ ਆਸ-ਪਾਸ ਗੇੜਾ ਕੱਢ ਕੇ ਆਣਾ ਹੈ, ਤਾਂ ਉਹ ਉੱਥੇ ਕਿੰਦੀ ਗੱਲ ਕਰੂਗਾ, ਉਹਦੇ ਸਰਕਮਫਰੈਂਸ ਦੀ ਗੱਲ ਕਰੂਗਾ। ਓਕੇ, ਤੇ ਸਰਕਲ ਤੋਂ ਹੀ ਅਗਲੀਆਂ ਚੀਜ਼ਾਂ ਬਣਾਈਆਂ ਜਾ ਸਕਦੀਆਂ। ਹੁਣ ਆਪਾਂ ਸਰਕਲ ਬਣਾ ਲਿਆ, ਅਗਰ ਮੈਂ ਕਿਸੇ ਵੀ ਸਰਕਲ ਦਾ ਹਾਫ ਕਰ ਦੇਵਾਂ ਤਾਂ ਹਾਫ ਹੋ ਗਿਆ, ਇੰਨਾ ਹੀ ਬਣੂਗਾ ਨਾ। ਇਹਨੂੰ ਆਪਾਂ ਕੀ ਬੋਲਦੇ ਆ, ਸੈਮੀ ਸਰਕਲ। ਸੈਮੀ ਸਰਕਲ, ਅੱਜ ਆਪਾਂ ਟਰਮਸ, ਕਨਸੈਪਟ ਆ ਚੀਜ਼ਾਂ ਹੀ ਕਲੀਅਰ ਕਰਨੀਆਂ ਇਸ ਆਪਣੇ ਲੈਕਚਰ ਦੇ ਵਿੱਚ। ਦੂਜਾ ਕਨਸੈਪਟ ਆਪਾਂ ਚੱਲੀਏ ਅੱਗੇ, ਫਿਰ ਏਰੀਆ ਦੇ ਕਨਸੈਪਟ ਤੇ ਚੱਲੀਏ। ਅੱਛਾ, ਏਰੀਆ ਦੇ ਕਨਸੈਪਟ ਤੇ ਜਾਣ ਤੋਂ ਪਹਿਲਾਂ ਮੈਂ ਇੱਥੇ ਛੋਟੀ ਜਿਹੀ ਇੱਕ ਐਗਜ਼ਾਮਪਲ ਕਰਵਾਉਣਾ ਚਾਹੁੰਦਾ ਤੁਹਾਨੂੰ ਪੈਰੀਮੀਟਰ ਦੀ, ਫਿਰ ਆਪਾਂ ਨੂੰ ਏਰੀਆ ਚੰਗੀ ਤਰ੍ਹਾਂ ਹੋਰ ਸਮਝ ਆ ਜਾਊਗਾ। ਪੈਰੀਮੀਟਰ ਜਦੋਂ ਆਪਾਂ ਡਿਸਕਸ ਕਰਦੇ ਪਏ ਹਾਂ, ਮੰਨ ਲਓ ਕਿਸੇ ਵੀ ਰੈਕਟੈਂਗੂਲਰ ਫੀਲਡ ਦੀ ਜਾਂ ਸਕੁਅਰ ਫੀਲਡ ਦੀ, ਕਿਸੇ ਦੇ ਵੀ ਮੰਨ ਲਓ, ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਦੇ ਵੀ ਮੰਨ ਲਓ ਮੇਰੇ ਕੋਲ ਸਕੁਅਰ ਫੀਲਡ ਹੈ ਜਿੰਦੀ ਇੱਕ ਸਾਈਡ 4 ਮੀਟਰ ਹੈ, ਇੱਕ ਸਾਈਡ 4 ਮੀਟਰ ਹੈ, ਤਾਂ ਮੈਂ ਉਹਦਾ ਪੈਰੀਮੀਟਰ ਪੁੱਛਾਂ ਤਾਂ ਕੀ ਹੋ ਜਾਊਗਾ, ਚਾਰੇ, ਕਿਉਂਕਿ ਬਰਾਬਰ ਹੁੰਦੀਆਂ, ਆ ਵੀ 4 ਹੋਊਗੀ, ਆ ਵੀ 4 ਹੋਊਗੀ, ਆ ਵੀ 4 ਹੋਊਗੀ। ਇਹਦਾ ਮਤਲਬ ਇਹਦਾ ਪੈਰੀਮੀਟਰ ਕੀ ਬਣੂਗਾ, 16 ਬਣੂਗਾ। 16 ਦੇ ਮਗਰ ਯੂਨਿਟਸ ਕਿਹੜੇ ਯੂਜ਼ ਕਰਾਂਗੇ ਆਪਾਂ, 16 ਕੀ ਆਇਆ, ਲੰਬਾਈ ਆਈ ਜਾਂਦੀ, ਉਸ ਚੀਜ਼ ਦੀ ਲੰਬਾਈ ਹੋਈ, ਉਹਦੇ ਸਾਈਡਾਂ ਦੀ ਲੰਬਾਈ ਆਈ, ਟੋਟਲ ਲੰਬਾਈ ਆਈ, ਤਾਂ ਇਹਦੇ ਮਗਰ ਯੂਨਿਟਸ ਆਪਾਂ ਕਿਹੜੇ ਯੂਜ਼ ਕਰਦੇ ਪਏ ਆ, ਮੀਟਰ ਯੂਜ਼ ਕਰਦੇ ਪਏ ਆ। ਜੇ ਇੱਥੇ 4 ਸੈਂਟੀਮੀਟਰ ਦਿੱਤਾ ਹੁੰਦਾ ਤਾਂ ਫਿਰ
16 ਸੈਂਟੀਮੀਟਰ ਆ ਜਾਣਾ ਸੀ। ਇੱਥੇ ਇੰਚ ਦਿੱਤਾ ਹੁੰਦਾ ਤਾਂ 16 ਇੰਚ ਆ ਜਾਣਾ ਸੀ। ਜੋ ਵੀ ਯੂਨਿਟਸ ਦਿੱਤੇ ਹੋਣਗੇ ਆਪਾਂ ਉਹਨਾਂ ਸਾਰਿਆਂ ਨੂੰ ਕੀ ਕਰਦੇ ਪਏ ਆ, ਪਲੱਸ ਹੀ ਕਰਦੇ ਪਏ ਆ, ਤੇ ਆਪਣੇ ਕੋਲ ਸਿੰਗਲ ਯੂਨਿਟ ਦੇ ਵਿੱਚ ਆਨਸਰ ਆਂਦਾ ਪਿਆ। ਪੇਪਰ ਦੇ ਵਿੱਚ ਹੋ ਸਕਦਾ ਤੁਹਾਨੂੰ ਕਿਸੇ ਸਟੇਟਮੈਂਟ ਨੂੰ ਪੜ੍ਹ ਕੇ ਇਹ ਚੀਜ਼ ਦੀ ਸਮਝ ਨਾ ਲੱਗਦੀ ਹੋਵੇ ਵੀ ਉਹ ਕਿੰਦੀ ਗੱਲ ਕਰਦਾ ਪਿਆ, ਉਹ ਪੈਰੀਮੀਟਰ ਦੀ ਗੱਲ ਕਰਦਾ ਪਿਆ, ਉਹ ਏਰੀਆ ਦੀ ਗੱਲ ਕਰਦਾ ਪਿਆ। ਜੇ ਆਪਾਂ ਨੂੰ ਸਟੇਟਮੈਂਟ ਪੜ੍ਹ ਕੇ ਚੀਜ਼ ਦੀ ਸਮਝ ਨਾ ਲੱਗਦੀ ਹੋਵੇ ਵੀ ਇਹਨੇ ਕੀ ਦਿੱਤਾ ਹੋਇਆ, ਤਾਂ ਉੱਥੇ ਉਹਦੇ ਯੂਨਿਟਸ ਚੈੱਕ ਕਰ ਲਿਓ, ਤੁਹਾਨੂੰ ਡਿਸਟਿੰਗੁਇਸ਼ ਹੋ ਜਾਊਗਾ, ਮਤਲਬ ਇਹਨਾਂ ਦੋਨਾਂ ਦੇ ਵਿੱਚ ਫਰਕ ਪਤਾ ਲੱਗ ਜਾਊਗਾ ਵੀ ਏਰੀਆ ਕਿਹੜਾ ਹੈ ਕਿ ਪੈਰੀਮੀਟਰ ਕਿਹੜਾ ਹੈ। ਕਲੀਅਰ ਹੋ ਗਿਆ। ਏਰੀਆ ਤੇ ਹੁਣ ਆਨੇ ਆਪਾਂ, ਏਰੀਆ ਦਾ ਮਤਲਬ ਕੀ ਹੈ। ਮੰਨ ਲਓ ਇਹੀ ਆਪਣੇ ਕੋਲ ਡਾਇਗਰਾਮਸ ਦੁਬਾਰਾ ਆ ਜਾਣਗੀਆਂ। ਏਰੀਆ ਵੀ ਕਿੱਥੇ ਯੂਜ਼ ਹੋਊਗਾ, ਆਪਣੇ ਕੋਲ 2 ਡਾਇਮੈਂਸ਼ਨ ਦੇ ਵਿੱਚ ਯੂਜ਼ ਹੋਊਗਾ, 3 ਦੇ ਵਿੱਚ ਵੀ ਯੂਜ਼ ਹੁੰਦਾ ਏਰੀਆ, ਤੇ ਉੱਥੇ ਵੀ ਆਪਾਂ ਦੇਖ ਲਾਂਗੇ। ਇਹ ਡਾਇਗਰਾਮਸ ਉਹੀ ਆਪਣੇ ਕੋਲ ਸਕੁਅਰ, ਰੈਕਟੈਂਗਲ, ਟ੍ਰਾਇੰਗਲ ਤੇ ਸਰਕਲ। ਸਰਕਲ ਦੇ ਕੇਸ ਦੇ ਵਿੱਚ ਏਰੀਆ ਨੂੰ ਕੀ ਬੋਲਾਂਗੇ, ਕਿਉਂਕਿ ਸਰਕਲ ਦੇ ਕੇਸ ਦੇ ਵਿੱਚ ਆਪਾਂ ਪੈਰੀਮੀਟਰ ਨੂੰ ਕੀ ਬੋਲਿਆ ਸੀ, ਸਰਕਮਫਰੈਂਸ ਬੋਲਿਆ ਸੀ। ਆਪਾਂ ਸਰਕਲ ਦੇ ਕੇਸ ਦੇ ਵਿੱਚ ਏਰੀਆ ਨੂੰ ਕੀ ਬੋਲਾਂਗੇ, ਹਾਂਜੀ, ਤਾਂ ਸਰਕਲ ਦੇ ਕੇਸ ਦੇ ਵਿੱਚ ਇਹਨੂੰ ਏਰੀਆ ਹੀ ਬੋਲਿਆ ਜਾਂਦਾ ਹੈ। ਇਹ ਚੀਜ਼ ਦੀ ਕਨਫਿਊਜ਼ਨ ਬਹੁਤ ਸਾਰੇ ਸਟੂਡੈਂਟਸ ਨੂੰ ਰਹਿੰਦੀ ਹੈ ਵੀ ਸਰਕਮਫਰੈਂਸ ਦਿੱਤਾ ਹੋਇਆ ਤਾਂ ਕਿੰਦੀ ਗੱਲ ਕਰਦਾ ਪਿਆ। ਹਜੇ ਆਪਾਂ ਫਾਰਮੂਲੇਜ਼ ਵੀ ਦੇਖਨੇ ਆ ਸਾਰੇ, ਪਹਿਲਾਂ ਆਪਾਂ ਬੇਸਿਕ ਕਨਸੈਪਟ ਦੇਖਦੇ ਜਾਂਦੇ ਆ। ਏਰੀਆ ਦਾ ਮਤਲਬ ਕੀ ਹੁੰਦਾ ਹੈ, ਆਪਾਂ ਜਦੋਂ ਪੈਰੀਮੀਟਰ ਦੀ ਗੱਲ ਕੀਤੀ ਸੀ ਤਾਂ ਸਿਰਫ ਆਪਾਂ ਕਿੰਦੀ ਗੱਲ ਕਰਕੇ ਆਏ ਆ, ਬਾਉਂਡਰੀ ਦੀ ਗੱਲ ਕਰਕੇ ਆਏ ਆ। ਅੰਦਰ ਤਾਂ ਆਪਾਂ ਗਏ ਨਹੀਂ, ਹੁਣ ਆਪਾਂ ਅੰਦਰ ਜਾਣਾ, ਉਸ ਡਾਇਗਰਾਮ ਦੇ ਅੰਦਰ ਜਾਣਾ ਹੈ। ਅੰਦਰ ਦਾ ਮਤਲਬ ਆਹ ਵਾਲਾ ਏਰੀਆ ਸਾਰਾ, ਮਤਲਬ ਇਹਦੇ ਵਿੱਚ ਦੀ ਗੱਲ ਕਰਦੇ ਪਏ ਆ। ਮੈਂ ਤੁਹਾਨੂੰ ਪੁੱਛਾਂ, ਆਪਣੀ ਜਿਹੜੀ ਫਸਲ ਹੈ, ਆਪਣੀ ਜਿਹੜੀ ਕਰੋਪ ਹੈ, ਉਹ ਆਪਾਂ ਜਦੋਂ ਵੀ ਬੀਜਦੇ ਆ ਤਾਂ ਆਪਾਂ ਬੀਜਣ ਵਾਲੇ ਏਰੀਏ ਨੂੰ, ਮਤਲਬ ਉੱਥੇ ਆਪਾਂ ਕੀ ਫਾਈਂਡ ਆਊਟ ਕਰਾਂਗੇ, ਜਦੋਂ ਆਪਾਂ ਬੀਜਤੀ ਤਾਂ ਉਦੋਂ ਆਪਾਂ ਉਹਦੇ ਏਰੀਏ ਦੀ ਗੱਲ ਕਰਦੇ ਪਏ ਆ। ਓਬਵੀਅਸ ਜੀ ਗੱਲ ਹੈ। ਕਿਸੇ ਵੀ ਫਲੋਰ ਦੇ ਉੱਪਰ ਟਾਈਲਸ ਲਗਾਈਆਂ ਜਾ ਰਹੀਆਂ, ਹੁਣ ਟਾਈਲਸ ਕਿੱਥੇ ਲਗਾਈਆਂ ਜਾਣਗੀਆਂ, ਕਿੱਥੇ ਲਗਾਈਆਂ ਜਾਣਗੀਆਂ, ਉੱਥੇ ਆਪਾਂ ਕਿੰਦੀ ਗੱਲ ਕਰਾਂਗੇ, ਏਰੀਆ ਦੀ ਗੱਲ ਕਰਾਂਗੇ। ਕੋਈ ਆਪਣੇ ਕੋਲ ਸੀਲਿੰਗ ਹੈ, ਡਾਊਨ ਸੀਲਿੰਗ ਹੋ ਰਹੀ ਹੈ ਜਾਂ ਵਾਈਟ ਵਾਸ਼ ਹੋ ਰਿਹਾ ਹੈ ਛੱਤ ਦੇ ਉੱਪਰ, ਤਾਂ ਉੱਥੇ ਵੀ ਉਹਦੀ ਕਿੰਦੀ ਗੱਲ ਹੋਊਗੀ, ਏਰੀਏ ਦੀ ਗੱਲ ਹੋਊਗੀ, ਕਿਉਂਕਿ ਆਪਾਂ ਉਹਦੇ ਵਿੱਚ ਮੂਵ ਕਰਦੇ ਪਏ ਆ। ਵਿੱਚ ਵਾਲੀ ਚੀਜ਼ ਆਪਾਂ ਨੂੰ ਚਾਹੀਦੀ ਹੈ, ਤਾਂ ਉਦੋਂ ਹਮੇਸ਼ਾ ਆਪਾਂ ਕਿੰਦੀ ਗੱਲ ਕਰਾਂਗੇ, ਏਰੀਏ ਦੀ ਗੱਲ ਕਰਾਂਗੇ। ਗੱਲ ਸਮਝ ਲੱਗ ਗਈ ਨਹੀਂ? ਹਾਂਜੀ। ਉਸੇ ਤਰ੍ਹਾਂ ਰੈਕਟੈਂਗਲ ਫੀਲਡ ਦੇ ਵਿੱਚ ਵੀ ਏਰੀਆ ਕੀ ਆ ਜਾਊਗਾ, ਵਿੱਚ ਮੈਂ ਸ਼ੇਡਡ ਕਰਦਾ ਜਾ ਰਿਹਾ ਸਾਰੇ ਕੁਐਸਚਨ ਨੂੰ ਤਾਂ ਕਿ ਆਪਾਂ ਨੂੰ ਕਲੈਰੀਫਿਕੇਸ਼ਨ ਰਵੇ ਪੇਪਰ ਦੇ ਵਿੱਚ। ਤੁਸੀਂ ਵੀ ਆਹ ਵਾਲੀ ਚੀਜ਼ ਨੂੰ ਇਸੇ ਤਰ੍ਹਾਂ ਹੀ ਆਪਦੀ ਨੋਟਬੁੱਕਸ ਦੇ ਵਿੱਚ ਜਦੋਂ ਨੋਟਸ ਬਣਾਉਂਦੇ ਪਏ ਹੋ ਤਾਂ ਇਸੇ ਤਰ੍ਹਾਂ ਹੀ ਬਣਾਇਓ। ਆ ਏਰੀਆ ਹੈ, ਜਦੋਂ ਕੁਐਸਚਨ ਆ ਗਏ ਤਾਂ ਉਦੋਂ ਆਪਾਂ ਨੂੰ ਕਨਫਿਊਜ਼ਨ ਨਾ ਹੋਵੇ। ਟ੍ਰਾਇੰਗਲ ਦੇ ਕੇਸ ਦੇ ਵਿੱਚ ਏਰੀਆ ਕੀ ਹੋਊਗਾ, ਵਾਲਾ ਆਊਗਾ। ਹੁਣ ਟ੍ਰਾਇੰਗਲ ਦੀਆਂ ਵੀ ਟਾਈਪਸ ਆਪਾਂ ਲਿਖ ਲਈਆਂ ਨਾ, ਆਈਸੋਸਲਸ ਹੈ, ਇਕੁਇਲੇਟਰਲ ਹੈ, ਸਕੇਲਨ ਹੈ, ਤਾਂ ਇਹਦਾ ਏਰੀਆ ਤਾਂ ਸੇਮ ਹੀ ਰਹੂਗਾ, ਵਿੱਚ ਵਾਲੀ ਪੋਰਸ਼ਨ ਹੀ ਰਹੂਗੀ। ਉਸੇ ਤਰ੍ਹਾਂ ਸਰਕਲ ਦੇ ਕੇਸ ਦੇ ਵਿੱਚ ਵੀ ਏਰੀਆ ਕਿਹੜਾ ਰਹੂਗਾ, ਆਹ ਵਾਲਾ ਰਹੂਗਾ। ਦੱਸੋ ਵੀ ਇੰਨੀ ਗੱਲ ਕਲੀਅਰ ਹੋ ਗਈ? ਸਰਕਲ ਦੀ ਇੱਕ ਐਗਜ਼ਾਮਪਲ ਆਪਾਂ ਕਰ ਲੈਂਦੇ ਹਾਂ। ਆਪਣੇ ਹੱਥ ਦੇ ਵਿੱਚ ਕੜੇ ਪਾਏ ਹੋਏ ਹੈ, ਉਹ ਕਿੰਦੀ ਐਗਜ਼ਾਮਪਲ ਹੈ, ਸਰਕਲ ਦੀ ਐਗਜ਼ਾਮਪਲ ਹੈ। ਰਿੰਗ ਪਾਈ ਹੋਈ ਹੈ, ਉਹ ਕਿੰਦੀ ਐਗਜ਼ਾਮਪਲ ਹੈ, ਉਹ ਸਰਕਲ ਦੀ ਹੀ ਐਗਜ਼ਾਮਪਲ ਹੈ। ਤਾਂ ਆਪਣੇ ਕੋਲ ਜਦੋਂ ਮੈਂ ਕੜੇ ਦੀ ਗੱਲ ਕਰਦਾ ਪਿਆ, ਮੰਨ ਲਓ ਮੈਂ ਦੱਸਣਾ ਹੋਵੇ ਵੀ ਜਿਹੜਾ ਕੜਾ ਉਹ ਹੁੰਦੀ ਕੜੇ ਦੇ ਆਪਾਂ ਸੁਪੋਜ਼ ਕਰੋ ਪੋਲਿਸ਼ ਕਰਵਾਉਣੀ ਹੈ, ਸੁਪੋਜ਼ ਇਹੀ ਗੱਲ ਕਰ ਲਓ, ਤਾਂ ਉਸ ਕੇਸ ਦੇ ਵਿੱਚ ਮੈਂ ਕੜੇ ਦਾ ਕੀ ਕੱਢੂੰਗਾ ਜਦੋਂ ਪੋਲਿਸ਼ ਕਰਾਈ ਜਾਊਗੀ? ਹਾਂਜੀ, ਤਾਂ ਉਸ ਕੇਸ ਦੇ ਵਿੱਚ ਕੜੇ ਦਾ ਆਪਾਂ ਕੀ ਕੱਢਾਂਗੇ, ਸਰਕਮਫਰੈਂਸ ਕੱਢਾਂਗੇ। ਉਸੇ ਤਰ੍ਹਾਂ ਰਿੰਗ ਹੈ, ਕਿਉਂਕਿ ਵਿੱਚੋਂ ਤਾਂ ਖਾਲੀ ਹੈ ਨਾ ਇਹ। ਜੇ ਵਿੱਚ, ਹੁਣ ਵਿੱਚ ਤਾਂ ਪੋਲਿਸ਼ ਨਹੀਂ ਹੋ ਸਕਦੀ, ਕਿ ਕੋਈ ਕਰਵਾ ਲੂਗਾ ਵਿੱਚ ਵੀ ਪੋਲਿਸ਼? ਪੋਸੀਬਲ ਹੈਗਾ? ਪੋਸੀਬਲ ਹੀ ਨਹੀਂ। ਜੇ ਵਿੱਚ ਪੋਲਿਸ਼ ਕਰਾਉਣ ਲੱਗੇ ਤਾਂ ਉਹ ਹਾਂ ਬੰਦ ਹੀ ਹੋ ਜਾਣਾ, ਓਬਵੀਅਸ ਦੀ ਗੱਲ ਹੈ। ਫਿਰ ਤਾਂ ਸਾਰਾ ਫਲੈਟ ਹੀ ਬਣ ਜਾਊਗਾ, ਪਾਵਾਂਗੇ ਕਿਵੇਂ ਉਹਨੂੰ ਆਪਾਂ। ਆਹ ਗੱਲਾਂ ਕਲੀਅਰ ਹੋਈਆਂ। ਏਰੀਆ ਕੀ ਚੀਜ਼ ਹੈ ਤੇ ਪੈਰੀਮੀਟਰ ਕੀ ਚੀਜ਼ ਹੈ, ਕਦੋਂ ਪੈਰੀਮੀਟਰ ਕੱਢਣਾ ਤੇ ਕਦੋਂ ਏਰੀਆ ਕੱਢਣਾ, ਬਹੁਤ ਕਲੀਅਰ ਕੱਟ ਹੋਣਾ ਚਾਹੀਦਾ ਆਪਾਂ ਨੂੰ ਪੇਪਰ ਦੇ ਵਿੱਚ। ਜੇ ਇੰਨੀ ਕਲੈਰੀਫਿਕੇਸ਼ਨ ਨਹੀਂ ਆਉਂਦੀ ਪਈ ਨਾ, ਪੇਪਰ ਦੇ ਵਿੱਚ ਕੁਐਸਚਨ ਨਹੀਂ ਸੋਲਵ ਹੋ ਸਕਦਾ। ਏਰੀਆ ਦੇ ਯੂਨਿਟਸ ਬਾਰੇ ਆਪਾਂ ਗੱਲ ਕਰਦੇ ਹਾਂ। ਆਹ ਏਰੀਆ ਆਪਾਂ
ਇਹਦਾ ਏਰੀਆ ਆਪਾਂ ਕੱਢਣਾ ਹੈ। ਸਕੇਅਰ ਹੈ ਆਪਣੇ ਕੋਲ ਕੋਈ ਵੀ, ਸੁਪੋਜ਼ ਆਹੀ ਸਕੇਅਰ ਹੈ 4 ਦਿਨ ਦੀ 4 ਮੀਟਰ ਵਾਲੀ ਜਿਹੜੀ ਸਾਈਡ ਹੈ ਇਹਦੀ ਕਿਸੇ ਵੀ ਸਕੇਅਰ ਦੀ, ਤਾਂ ਇਹਦਾ ਏਰੀਆ ਕੀ ਹੋਊਗਾ? ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਕੇਅਰ ਦਾ ਏਰੀਆ ਕੀ ਹੁੰਦਾ ਹੈ? ਸਾਈਡ ਇਨਟੂ ਸਾਈਡ। ਸਾਈਡ ਇਨਟੂ ਸਾਈਡ ਮਤਲਬ ਇਹਨੂੰ ਆਪਾਂ ਕੀ ਲਿਖ ਸਕਦੇ ਹਾਂ? ਸਾਈਡ ਕੋਈ ਵੀ ਦਿੱਤੀ ਹੋ ਸਕਦੀ ਹੈ, 4 ਗੁਣਾ 4, ਇਹਦੇ ਨਾਲ ਵੀ ਮੀਟਰ ਲੱਗਿਆ ਹੋਇਆ ਸੀ, ਇਹਦੇ ਨਾਲ ਵੀ ਮੀਟਰ ਲੱਗਿਆ ਹੋਇਆ ਸੀ, ਇਹਦਾ ਮਤਲਬ ਆਪਣੇ ਕੋਲ ਏਰੀਆ ਕੀ ਆਊਗਾ? 16 ਮੀਟਰ ਦੇ ਨਾਲ ਕੀ ਲਾ ਦਾਂਗੇ ਆਪਾਂ, ਕਿਉਂਕਿ ਜਦੋਂ ਵੀ ਆਪਾਂ ਦੋ ਅਲਫਾਬੈਟਸ ਨੂੰ ਮਲਟੀਪਲਾਈ ਕਰਦੇ ਹਾਂ ਤਾਂ ਨਾਲ ਉਹਦੇ ਉੱਪਰ ਸਕੁਅਰ ਚੜ ਜਾਂਦਾ ਹੁੰਦਾ ਹੈ। ਪਰ ਜਦੋਂ ਦੋ ਅਲਫਾਬੈਟਸ ਨੂੰ ਆਪਾਂ ਪਲੱਸ ਕਰਦੇ ਹਾਂ, 4 ਮੀਟਰ ਪਲੱਸ 4 ਮੀਟਰ, ਤਾਂ ਇਹ ਕੀ ਬਣੂਗਾ ਆਪਣੇ ਕੋਲ? 8 ਮੀਟਰ। ਮਤਲਬ ਯੂਨਿਟਸ ਤਾਂ ਆਪਣੇ ਕੋਲ ਸਿੰਗਲ ਹੀ ਰਹੂਗਾ ਨਾ। ਆਹ ਗੱਲ ਦੀ ਕਲੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਪੇਪਰ ਦੇ ਵਿੱਚ। ਯੂਨਿਟਸ ਦੇਖ ਕੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ, ਚਾਹੇ ਸਟੇਟਮੈਂਟ ਦੀ ਨਹੀਂ ਸਮਝ ਲੱਗਦੀ ਫਿਰ ਵੀ ਉਹ ਕਿੰਦੀ ਗੱਲ ਕਰਦਾ ਪਿਆ, ਪਰ ਯੂਨਿਟਸ ਦੇਖ ਕੇ ਆਪਾਂ ਨੂੰ ਹਿੰਟ ਜ਼ਰੂਰ ਮਿਲ ਜਾਊਗਾ। ਹਿੰਟ ਕੀ ਸਾਰਾ ਕੁਝ ਹੀ ਕਲੀਅਰ ਹੋ ਜਾਊਗਾ। ਉਸੇ ਤਰ੍ਹਾਂ ਮੈਂ ਵੋਲਿਊਮ ਦਾ ਕੰਸੈਪਟ ਇੱਥੇ ਦੱਸ ਦਿੰਦਾ, ਅੱਗੇ ਜਾ ਕੇ ਜਦੋਂ ਆਪਾਂ 3 ਡਾਇਮੈਂਸ਼ਨਲ ਫਿਗਰਸ ਕਰਾਂਗੇ ਤਾਂ ਉਹਦੇ ਵਿੱਚ ਆਪਾਂ ਵੋਲਿਊਮ ਵਾਲਾ ਕੰਸੈਪਟ ਵੀ ਦੇਖਾਂਗੇ, ਤੇ ਵੋਲਿਊਮ ਦੇ ਵਿੱਚ ਯੂਨਿਟਸ ਕਿਹੜੇ ਬਣ ਜਾਣਗੇ? ਕਿਊਬ ਬਣ ਜਾਣਗੇ। ਬਸ ਇੰਨੀ ਕੁ ਗੱਲ ਸਮਝ ਲਓ, ਜਦੋਂ ਵੀ ਕਿਸੇ ਵੀ ਯੂਨਿਟਸ ਦੇ ਨਾਲ ਕਿਊਬ ਲੱਗਿਆ ਹੋਇਆ ਹੈ ਤਾਂ ਉਹ ਵੋਲਿਊਮ ਦੀ ਗੱਲ ਕਰਦਾ ਪਿਆ। ਇਹਦਾ ਮਤਲਬ ਉਹ ਵਾਲੀ ਫਿਗਰ ਕਿਹੜੀ ਫਿਗਰ ਹੈ? 3D ਫਿਗਰ ਹੈ, 3 ਡਾਇਮੈਂਸ਼ਨਲ ਫਿਗਰ ਹੈ। ਹੋਪ ਇੰਨੀ ਗੱਲ ਸਮਝ ਲੱਗ ਗਈ ਹੋਣੀ ਆ। ਹੁਣ ਆਨੇ ਆਪਾਂ ਫਾਰਮੂਲੇਜ਼ ਦੇ ਉੱਪਰ। ਫਾਰਮੂਲੇ ਕੀ ਕੀ ਹੁੰਦੇ ਆ? ਹੁਣ ਹਰ ਇੱਕ ਦਾ ਫਾਰਮੂਲਾ ਆਪਾਂ ਨੂੰ ਪਤਾ ਹੋਣਾ ਚਾਹੀਦਾ, ਕਿਹੜੀ ਡਾਇਗਰਾਮ ਹੈ ਉਹਦਾ ਕੀ ਕੱਢਣਾ ਆਪਾਂ, ਕੀ ਫਾਰਮੂਲਾ ਹੋਊਗਾ, ਕਿਸ ਵੇ ਨਾਲ ਆਪਾਂ ਕੁਐਸਚਨ ਸੋਲਵ ਕਰ ਸਕਦੇ ਹਾਂ। ਮੈਂ ਕੋਸਟ ਵਾਲਾ ਕੰਸੈਪਟ ਵੀ ਤੁਹਾਨੂੰ ਦੱਸੂਗਾ, ਹੋਪ ਸੋ ਅਗਲੇ ਲੈਕਚਰ ਦੇ ਵਿੱਚ ਦੱਸੂਗਾ ਕੋਸਟ ਵਾਲਾ, ਕਿਉਂਕਿ ਬਹੁਤ ਇੰਪੋਰਟੈਂਟ ਹੈ ਕੋਸਟ ਵਾਲਾ, ਤੇ ਇੱਕ ਕੁਐਸਚਨ ਕੋਸਟ ਬੇਸਿਸ ਤੇ ਆਣਾ ਹੀ ਆਣਾ ਹੁੰਦਾ ਹੈ। ਹਾਂਜੀ, ਤਾਂ ਲਿਖੋ ਆਪਣੇ ਕੋਲ ਫਾਰਮੂਲੇਜ਼ ਆਪਾਂ ਲਿਖਦੇ ਜਾਂਦੇ ਹਾਂ। ਪਹਿਲਾ ਹੈ ਆਪਣੇ ਕੋਲ ਸਕੇਅਰ। ਹੁਣ ਮੈਂ ਡਾਇਗਰਾਮ ਨਹੀਂ ਬਣਾਉਂਗਾ, ਹੁਣ ਮੈਂ ਸਿੱਧਾ ਫਾਰਮੂਲਾਜ਼ ਲਿਖੂੰਗਾ। ਸਕੇਅਰ ਦੇ ਕੇਸ ਦੇ ਵਿੱਚ ਆਪਾਂ ਦੋ ਚੀਜ਼ਾਂ ਕੱਢਣੀਆਂ ਹੁੰਦੀਆਂ, ਵਨ ਇਜ਼ ਪੈਰੀਮੀਟਰ, ਕਿਉਂਕਿ 2 ਡਾਇਮੈਂਸ਼ਨਲ ਫਿਗਰ ਹੈ ਨਾ ਆਪਣੇ ਕੋਲ, ਤੇ 2 ਡਾਇਮੈਂਸ਼ਨਲ ਫਿਗਰ ਦੇ ਵਿੱਚ ਜਾਂ ਤਾਂ ਪੈਰੀਮੀਟਰ ਆਪਾਂ ਕੱਢਾਂਗੇ ਤੇ ਜਾਂ ਕੀ ਕੱਢਾਂਗੇ? ਏਰੀਆ ਕੱਢਾਂਗੇ। ਹਾਂਜੀ, ਫਾਰਮੂਲੇਜ਼ ਦੀ ਗੱਲ ਕਰੀਏ ਤਾਂ ਆਪਣੇ ਕੋਲ ਸਕੇਅਰ ਦੇ ਪੈਰੀਮੀਟਰ ਦਾ ਫਾਰਮੂਲਾ ਕੀ ਹੁੰਦਾ, ਹੁਣੇ ਆਪਾਂ ਗੱਲ ਕਰਕੇ ਆਏ ਹਾਂ। ਕਿਉਂਕਿ ਸਕੇਅਰ ਦੇ ਕੇਸ ਦੇ ਵਿੱਚ ਆਪਣੇ ਕੋਲ ਵੇਰੀਏਬਲ ਜਾਂ ਦਿੱਤੀ ਹੋਈ ਚੀਜ਼ ਕਿਹੜੀ ਹੋਊਗੀ? ਸਾਈਡ। ਸਾਈਡ ਨੂੰ ਆਪਾਂ ਕਿੰਦੇ ਨਾਲ ਮੈਂਸ਼ਨ ਕਰਦੇ ਹਾਂ? a ਦੇ ਨਾਲ, ਛੋਟੀ a ਦੇ ਨਾਲ ਮੈਂਸ਼ਨ ਕੀਤਾ ਜਾਂਦਾ, ਤੇ ਆਪਣੇ ਕੋਲ ਪੈਰੀਮੀਟਰ ਕੀ ਬਣੂਗਾ? 4 into a, 4a ਲਿਖ ਦਿੰਦੇ ਇਹਨੂੰ ਆਪਾਂ, ਠੀਕ ਹੈ। ਤਾਂ ਆਪਣੇ ਕੋਲ ਪੈਰੀਮੀਟਰ ਸਿੰਪਲ ਹੀ ਹੈ, ਆਪਾਂ ਹੁਣੀ ਗੱਲ ਕੀਤੀ ਸੀ 4 ਮੀਟਰ ਇੱਕ ਸਾਈਡ ਦਿੱਤੀ ਹੋਈ, ਉਹਦਾ ਪੈਰੀਮੀਟਰ ਕਿੰਨਾ ਕੱਢਿਆ ਸੀ? 16। 4 ਗੁਣਾ 4 ਕਰਕੇ ਕੱਢਿਆ ਸੀ ਤਾਂ ਪੈਰੀਮੀਟਰ ਆ ਗਿਆ। ਨੈਕਸਟ ਆ ਗਿਆ ਆਪਣੇ ਕੋਲ ਏਰੀਆ। ਏਰੀਆ ਦੇ ਕੇਸ ਦੇ ਵਿੱਚ ਆਪਣੇ ਕੋਲ ਫਾਰਮੂਲਾ ਕੀ ਬਣਦਾ ਹੈ? ਸਾਈਡ ਇਨਟੂ ਸਾਈਡ। ਇਹਨੂੰ ਆਪਾਂ ਕੀ ਲਿਖ ਸਕਦੇ ਹਾਂ? ਸਾਈਡ ਇਨਟੂ ਸਾਈਡ ਕੀ ਲਿਖ ਸਕਦੇ ਹਾਂ? a ਇਨਟੂ a। a ਇਨਟੂ a ਨੂੰ ਕੀ ਲਿਖ ਸਕਦੇ ਹਾਂ? a ਦਾ ਸਕੁਅਰ। ਓਕੇ, ਨੈਕਸਟ ਆ ਗਿਆ ਆਪਣੇ ਕੋਲ ਸੈਕਿੰਡ, ਰੈਕਟੈਂਗਲ। ਰੈਕਟੈਂਗਲ, ਰੈਕਟੈਂਗਲ ਦੇ ਕੇਸ ਦੇ ਵਿੱਚ ਆਪਣੇ ਕੋਲ ਵੇਰੀਏਬਲ ਕਿਹੜੇ ਕਿਹੜੇ ਹੁੰਦੇ ਆ? 2, ਲੈਂਥ ਹੈ ਤੇ ਬ੍ਰੈਡਥ ਹੈ। ਨਾਲ ਆਪਾਂ ਨੂੰ ਵੇਰੀਏਬਲ ਪਤਾ ਹੋਣੇ ਚਾਹੀਦੇ ਆ, ਡਾਇਮੈਂਸ਼ਨਸ ਪਤਾ ਹੋਣੀਆਂ ਚਾਹੀਦੀਆਂ ਅਸਲ ਦੇ ਵਿੱਚ। ਤਾਂ ਇੱਥੇ ਕੀ ਆਊਗਾ ਆਪਣੇ ਕੋਲ? ਏਰੀਆ ਕੀ ਬਣੂਗਾ? 2 into l plus b। 2 into l plus b। ਏਰੀਆ ਕੀ ਬਣੂਗਾ ਆਪਣੇ ਕੋਲ? l into b, ਲੈਂਥ into ਬ੍ਰੈਡਥ। ਉਹੀ ਗੱਲ ਹੈ, ਮਤਲਬ ਇਹਦੇ ਵਿੱਚ ਦੋਨੋਂ ਚੀਜ਼ਾਂ ਸੇਮ ਸੀ ਤਾਂ ਕਰਕੇ ਆਪਾਂ a ਲਿਖ ਲਿਆ, ਇਹਦੇ ਵਿੱਚ ਦੋਨੋਂ ਚੀਜ਼ਾਂ ਅਲੱਗ-ਅਲੱਗ ਹੈ ਤਾਂ ਆਪਾਂ ਅਲੱਗ-ਅਲੱਗ ਲਿਖਦੇ ਪਏ। ਨੈਕਸਟ ਤੀਜਾ, ਸਰਕਲ। ਸਰਕਲ ਦੇ ਕੇਸ ਦੇ ਵਿੱਚ ਪੈਰੀਮੀਟਰ ਨਹੀਂ ਹੁੰਦਾ, ਆਪਾਂ ਗੱਲ ਪਹਿਲਾਂ ਹੀ ਕਰਕੇ ਆਏ ਆ, ਤੇ ਵੇਰੀਏਬਲ ਕਿਹੜਾ ਹੁੰਦਾ ਹੈ? r, ਜਾਂ ਡਾਇਮੈਂਸ਼ਨ ਕਿਹੜੀ ਦਿੱਤੀ ਹੋਊਗੀ? ਰੇਡੀਅਸ ਦਿੱਤਾ ਹੋਊਗਾ। ਤੇ ਪੈਰੀਮੀਟਰ ਨਹੀਂ ਇੱਥੇ ਲਿਖਣਾ, ਆਪਾਂ ਇੱਥੇ ਕੀ ਲਿਖਾਂਗੇ?
ਸਰਕਮਫਰੈਂਸ ਸਰਕਮਫਰੈਂਸ ਆਫ ਸਰਕਲ ਸਰਕਮਫਰੈਂਸ ਦਾ ਫਾਰਮੂਲਾ ਕੀ ਹੁੰਦਾ ਹੈ 2 ਪਾਈ r ਤੇ ਪਾਈ ਦੀ ਵੈਲਿਊ ਆਪਾਂ ਨੂੰ ਜਾਂ ਤਾਂ ਗਿਵਨ ਹੋਊਗੀ ਕੁਐਸਚਨ ਦੇ ਵਿੱਚ 22/7 ਤੇ ਜਾਂ ਆਪਾਂ ਨੂੰ 3.14 ਆ ਵਾਲੀ ਗਿਵਨ ਹੋਊਗੀ। ਜਿੱਥੇ ਨਹੀਂ ਗਿਵਨ ਹੈਗੀ ਉੱਥੇ ਆਪਾਂ ਆਪਦੀ ਕੈਲਕੂਲੇਸ਼ਨ ਦੇਖਣੀ ਹੈ ਵੀ ਕਿੰਦੇ ਨਾਲ ਆਪਣੀ ਕੈਲਕੂਲੇਸ਼ਨ ਜਿਹੜੀ ਈਜ਼ੀ ਹੋ ਰਹੀ ਹੈ। ਮੈਜੋਰਿਟੀ ਕੇਸਿਸ ਦੇ ਵਿੱਚ ਪਾਈ ਦੀ ਵੈਲਿਊ 22/7 ਲਈ ਜਾਂਦੀ ਹੈ। ਨੈਕਸਟ ਏਰੀਆ ਆਫ ਸਰਕਲ ਕੀ ਹੁੰਦਾ ਆਪਣੇ ਕੋਲ ਪਾਈ r ਸਕੁਅਰ ਅਗੇਨ ਆਪਣੇ ਕੋਲ ਇੱਥੇ ਪਾਈ ਆ ਜਾਊਗਾ। ਨੈਕਸਟ ਚੌਥੀ ਡਾਇਗਰਾਮ ਆ ਗਈ ਆਪਣੇ ਕੋਲ ਫੋਰ ਟਰਾਈਐਂਗਲ 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 ਦਾ ਸਭ ਤੋਂ ਪਹਿਲਾਂ ਅਗਰ ਆਪਾਂ ਪੈਰੀਮੀਟਰ ਦੀ ਗੱਲ ਕਰਾਂਗੇ ਜੇ ਤਾਂ ਟਰਾਈਐਂਗਲ ਆਪਣੇ ਹੁਣ ਟਰਾਈਐਂਗਲ ਦੇ ਕੇਸ ਦੇ ਵਿੱਚ ਤਿੰਨ ਸਾਈਡਾਂ ਹੋਣਗੀਆਂ ਜਾਂ ਤਾਂ ਤਿੰਨੋਂ ਸਾਈਡਾਂ ਕੀ ਹੋ ਸਕਦੀਆਂ ਅਲੱਗ-ਅਲੱਗ ਹੋ ਸਕਦੀਆਂ ਮੈਂ ਏ ਬੀ ਸੀ ਨੂੰ ਡੈਜ਼ਿਗਨੇਟ ਕਰ ਦਿੰਦਾ ਜਾਂ ਦੋ ਸਾਈਡਾਂ ਬਰਾਬਰ ਹੋ ਸਕਦੀਆਂ ਏ ਤੇ ਬੀ ਤੀਜੀ ਸਾਈਡ ਅਲੱਗ ਹੋਊਗੀ ਤੇ ਜਾਂ ਤਿੰਨੋਂ ਸਾਈਡਾਂ ਕੀ ਹੋ ਸਕਦੀਆਂ ਬਰਾਬਰ ਹੋ ਸਕਦੀਆਂ। ਤਿੰਨ ਤਰ੍ਹਾਂ ਦੇ ਟਰਾਇੰਗਲ ਹੁਣ ਤਿੰਨੋਂ ਤਰ੍ਹਾਂ ਦੇ ਟਰਾਇੰਗਲ ਦੇ ਕੇਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਕੁਇਲੇਟਰਲ ਟਰਾਇੰਗਲ ਦੀ ਗੱਲ ਕਰ ਲਈਏ। ਤੀਜੇ ਟਰਾਇੰਗਲ ਦੀ ਗੱਲ ਕਰਨ ਜਾ ਰਿਹਾ ਮੈਂ ਤਾਂ ਇਕੁਇਲੇਟਰਲ ਟਰਾਇੰਗਲ ਦਾ ਅਗਰ ਆਪਾਂ ਪੈਰੀਮੀਟਰ ਕੱਢਾਂਗੇ ਤਾਂ ਕੀ ਬਣੂਗਾ a + a ਕੀ ਬਣ ਜੂਗਾ ਇਹ 3a ਤੇ ਇਹਦਾ ਏਰੀਆ ਦਾ ਫਾਰਮੂਲਾ ਕੀ ਹੁੰਦਾ ਹੈ √3/4 * a ਦਾ ਸਕੁਅਰ। ਇੱਕ ਵਾਰੀ ਇਕੁਇਲੇਟਰ ਟਰਾਇੰਗਲ ਦਾ ਏਰੀਆ ਲਿਖ ਲਓ ਤੇ ਜਿਹੜੇ ਦੋ ਟਰਾਇੰਗਲ ਆਪਣੇ ਕੋਲ ਰਹਿ ਗਿਆ ਵਾਲੇ ਇਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਦੇਖਾਂਗੇ। ਫਿਲਹਾਲ ਅੱਜ ਦੇ ਲੈਕਚਰ ਦੇ ਵਿੱਚ ਸਿਰਫ ਮੈਂ ਬੇਸਿਕ ਆਹੀ ਚੀਜ਼ ਦੱਸ ਕੇ ਚੱਲਿਆ। ਮੈਂ ਅਗਲੇ ਲੈਕਚਰ ਦੇ ਵਿੱਚ ਇਹਨਾਂ ਦੇ ਕੁਐਸਚਨਸ ਅਟੈਂਪਟ ਕਰਾਂਗੇ ਜਿਹੜੇ ਫਾਰਮੂਲੇ ਆਪਣੇ ਕੋਲ ਪੈਂਡਿੰਗ ਪਏ ਆ ਟ੍ਰੈਪੀਜ਼ੀਅਮ ਕੁਆਡਰੀਲੇਟਰਲ ਪੈਰਲੋਗ੍ਰਾਮ ਉਹਨਾਂ ਦੇ ਫਾਰਮੂਲੇ ਦੇਖ ਲਾਂਗੇ ਤੇ ਇਹਨਾਂ ਦੇ ਕੁਐਸਚਨ ਅਟੈਂਪਟ ਕਰਾਂਗੇ ਹੁਣ ਆਪਾਂ ਠੀਕ ਹੈ 2 ਡਾਇਮੈਂਸ਼ਨ ਫਿਗਰ ਦੇ। ਕਿਸੇ ਨੂੰ ਕੋਈ ਡਾਊਟ ਹੈ ਤਾਂ ਪੁੱਛ ਲਓ।